ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਿਮਰੰ ਸੋਈ ਪੁਰਖ ਅਚਲ ਅਬਿਨਾਸੀ। ਜਿਸ ਸਿਮਰਤ ਦੁਰਮਤ ਮਲ ਨਾਸੀ। ਸਤਿਗੁਰ ਚਰਨ ਕਵਲ ਰਿਦ ਧਾਰੰ। ਗੁਰ ਅਰਜਨ ਗੁਣ ਸਹਿਜ ਵਿਚਾਰੰ। ਗੁਰ ਰਾਮਦਾਸ ਘਰ ਕੀਓ ਪ੍ਰਗਾਸ਼ਾ। ਸਗਲ ਮਨੋਰਥ ਪੂਰੀ ਆਸਾ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਕਲ ਜੋੜ ਕਰ ਸੁਜਸ ਵਖਾਣਿਓ। ਭਗਤ ਜੋਗ ਕੋ ਜੈਤਵਾਰ। ਹਰ ਜਨਕ ਉਪਾਇਓ। ਸ਼ਬਦ ਗੁਰੂ ਪ੍ਰਕਾਸ਼ਿਓ। ਹਰ ਰਸਨ ਬਸਾਇਓ। ਗੁਰ ਨਾਨਕ ਅੰਗਦ ਅਮਰ ਲਾਗ। ਉੱਤਮ ਪਦ ਪਾਇਓ। ਗੁਰ ਅਰਜਨ ਘਰ ਗੁਰ ਰਾਮਦਾਸ। ਭਗਤ ਉਤਰ ਆਇਓ। ਸੋ ਕਹੋ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੈ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾ। ਹਰ ਚਰਨ ਸਰੋਵਰ ਤਹ ਕਰਹੁ ਨਿਵਾਸ ਮਨਾ। ਕਰ ਮਜਨ ਹਰ ਸਰੀ। ਸਭ ਕਿਲ ਵਿਖ ਨਾਸ ਮਨਾ। ਹਰ ਚਰਨ ਸਰੋਵਰ ਤਹ ਕਰਹੁ ਨਿਵਾਸ ਮਨਾ। ਕਰ ਮਜਨ ਹਰ ਸਰੀ। ਸਭ ਕਿਲ ਵਿਖ ਨਾਸ ਮਨਾ। ਕਰ ਸਦਾ ਮਜਨ ਗੋਬਿੰਦ ਸੱਜਣਾ। ਦੁਖ ਅੰਧੇਰਾ ਨਾਸੀ।
ਜਨਮ ਮਰਨ ਨਾ ਹੋਏ ਤਿਸ ਕੋ, ਕਾਟੈ ਜਮ ਕੇ ਫਾਸੇ। ਮਿਲ ਸਾਧ ਸੰਗੇ ਨਾਮ ਰੰਗੇ, ਤਹਾ ਪੂਰਨ ਆਸੂ। ਬਿਨਵੰਤ ਨਾਨਕ ਧਾਰ ਕਿਰਪਾ, ਹਰ ਚਰਨ ਕਮਲ ਨਿਵਾਸੋ। ਮਿਲ ਸਾਧ ਸੰਗੇ ਨਾਮ ਰੰਗੇ, ਤਹਾ ਪੂਰਨ ਆਸੋ। ਬਿਨਵੰਤ ਨਾਨਕ ਧਾਰ ਕਿਰਪਾ, ਹਰ ਚਰਨ ਕਮਲ ਨਿਵਾਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਵਿੱਚ, ਗੁਰੂ ਪਿਆਰ ਸ਼ਰਧਾ ਸਤਿਕਾਰ ਵਿੱਚ, ਅਦਬ ਸਹਿਤ, ਸਤਿਕਾਰ ਸਹਿਤ, ਭਾਵਨਾ ਸਹਿਤ ਸਤਿਗੁਰੂ ਜੀ ਦੀ ਅਨੰਤ ਬਖਸ਼ਿਸ਼ਾਂ ਨਾਲ ਨਿਵਾਜੀ ਹੋਈ ਪਾਵਨ ਪਵਿੱਤਰ ਧਰਤੀ ਤੇ ਆਪ ਨੇਤਾ ਪ੍ਰਤੀ ਦੀ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਪਵਿੱਤਰ ਮੁਖਵਾਕ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਦੀ ਸਾਂਝ ਪਾਉਣ ਵਾਸਤੇ ਨਿਤਾ ਪ੍ਰਤੀ ਦੀ ਤਰ੍ਹਾਂ ਜੁੜ ਬੈਠੇ ਹੋ। ਸਤਿਗੁਰੂ ਜੀ ਨੇ ਤਰੁੱਟ ਕਰਕੇ ਇਹ ਸਾਨੂੰ ਸੁਭਾਗ ਘੜੀਆਂ ਬਖਸ਼ਿਸ਼ ਕੀਤੀਆਂ ਨੇ ਤਾਂ ਕਿ ਅਸੀਂ ਆਪਣਾ ਇਸ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਸਕੀਏ, ਗੁਰੂ ਨਾਲ ਜੁੜ ਸਕੀਏ। ਗੁਰੂ ਕੀ ਬਾਣੀ ਦਾ ਸ਼ਬਦ, ਗੁਰੂ ਕੀ ਬਾਣੀ ਸਾਡੇ ਹਿਰਦੇ ਵਿੱਚ ਵਸ ਜਾਵੇ। ਜਿਸ ਹਿਰਦੇ ਵਿੱਚ ਗੁਰੂ ਕੀ ਬਾਣੀ ਵਸ ਜਾਂਦੀ ਹੈ ਉੱਥੇ ਆਨੰਦ ਬਣ ਜਾਂਦਾ ਹੈ, ਉੱਥੇ ਇੱਕ ਰੌਂ ਚੱਲ ਪੈਂਦੀ ਹੈ। ਕਿਉਂਕਿ ਜਿੰਨੇ ਵੀ ਅਸੀਂ ਕੀਰਤਨ, ਕਥਾ, ਸਮਾਗਮ ਹੁੰਦੇ ਨੇ, ਅਕਸਰ ਕੀਰਤਨ ਵਿੱਚ ਜਿੰਨੇ ਵੀ ਵਾਜੇ ਵੱਜਦੇ ਨੇ, ਜਿੰਨੇ ਵੀ ਸਾਜ਼ ਵਜਾਏ ਜਾਂਦੇ ਨੇ, ਉਹਨਾਂ ਸਾਜ਼ਾਂ ਨੂੰ ਵਜਾ ਕੇ ਸ਼ਬਦ ਨੂੰ ਗਾਇਆ ਜਾਂਦਾ ਹੈ। ਇੱਕ ਹੀ ਮਨੋਰਥ ਹੈ ਕਿ ਸ਼ਬਦ ਹਿਰਦੇ ਵਿੱਚ ਵਸ ਜਾਵੇ। ਜਿਹੜੇ ਸਾਡੇ ਅੰਦਰ ਦੇ ਵਾਜੇ ਨੇ ਉਹ ਬੰਦ ਪਏ ਨੇ, ਸਾਡੇ ਅੰਦਰ ਦੇ ਵਾਜੇ ਜਿਹੜੇ ਬੰਦ ਨੇ ਉਹ ਵੱਜਣੇ ਸ਼ੁਰੂ ਹੋ ਜਾਣ। ਜਦੋਂ ਅੰਤਸ਼ਕਰਣ ਦੇ ਵਿੱਚ ਵਾਜੇ ਵੱਜਣ ਲੱਗ ਜਾਣਗੇ ਤੇ ਫਿਰ ਕੋਈ ਵੀ ਦੁਨੀਆ ਦਾ ਦੁੱਖ ਦੁਖੀ ਨਹੀਂ ਕਰ ਸਕਦਾ। ਦੁਨੀਆ ਦੀਆਂ ਸ਼ਕਤੀਆਂ, ਦੁਨੀਆ ਦੀਆਂ ਤਾਕਤਾਂ ਇਹਨੂੰ ਕਿਸੇ ਵੀ ਕਿਸਮ ਨਾਲ ਪਰੇਸ਼ਾਨ ਨਹੀਂ ਕਰ ਸਕਦੀਆਂ। ਆਨੰਦ ਚਿੱਤ ਰਵੇਗਾ ਕਿਉਂਕਿ ਮਨੁੱਖ ਇੱਕੋ ਇੱਕ ਲੋਚਦਾ ਹੈ ਕਿ ਮੈਂ ਸ਼ਾਂਤੀ ਵਾਲਾ, ਆਨੰਦ ਵਾਲਾ ਜੀਵਨ ਬਸਰ ਕਰ ਸਕਾਂ, ਪਰ ਉਹ ਨਸੀਬ ਨਹੀਂ ਹੁੰਦਾ। ਬੜੇ ਹਿੱਲ ਸਟੇਸ਼ਨਾਂ 'ਤੇ ਜਾਂਦਾ ਹੈ, ਸੈਰਗਾਹਾਂ 'ਤੇ ਜਾਂਦਾ ਹੈ, ਬੜੇ ਬਾਗ ਬਗੀਚਿਆਂ ਵਿੱਚ, ਫੁੱਲਾਂ ਦੇ ਬਗੀਚਿਆਂ ਵਿੱਚ ਜਾ ਕੇ ਯਤਨ ਕਰਦਾ ਹੈ ਕਿ ਮੇਰਾ ਮਨ ਕਿਤੇ ਟਿਕ ਜਾਵੇ, ਪਰ ਮਨ ਦੇ ਅੰਦਰ ਇੱਕ ਚੰਚਲਤਾ ਹੀ ਹੈ, ਮਨ ਦੇ ਅੰਦਰ ਇੱਕ ਖਿੰਡਾਓ ਹੈ। ਮਨ ਖਿੰਡਿਆ ਹੋਇਆ ਹੈ ਫਿਰ ਵੀ ਟਿਕਦਾ ਨਹੀਂ ਹੈ। ਇਹਦੇ ਟਿਕਾਓ ਦੇ ਆਉਣ ਦਾ ਕਾਰਨ ਕਿਵੇਂ ਬਣੇ, ਇਸ ਦੀ ਸਾਂਝ ਪਾਉਣ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸੰਗਤ ਜੀ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਜੀ, ਝੋਲੀ ਵਿੱਚ ਇਹ ਆਗਿਆ ਪਾਓ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾ। ਇਹ ਪਾਵਨ ਅੰਮ੍ਰਿਤ ਬਚਨ
ਬਿਹਾਗੜਾ ਰਾਗ ਦੇ ਅੰਦਰ ਅੰਕਿਤ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 544 ਅੰਕ ਤੇ ਅਤੇ 45 ਦੇ ਉੱਤੇ ਸਭਾਏਮਾਨ ਹੈ। ਇਸ ਪਾਵਨ ਰਾਗ ਨੂੰ ਬਿਲਾਵਲ ਦੀ ਠਾਠ ਦਾ ਸੰਪੂਰਨ ਰਾਗ ਹੈ, ਇਹ ਜੋ ਬਿਹਾਗੜਾ ਰਾਗ ਹੈ। ਤੇ ਬਿਹਾਗੜਾ ਰਾਗ ਵਿੱਚ ਪੰਚਮ ਪਾਤਸ਼ਾਹ ਸ਼ਹੀਦੀ ਪਰੰਪਰਾ ਦੇ ਮੀਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਜਿਨ੍ਹਾਂ ਨੇ ਇਸ ਸੰਸਾਰ ਦੇ ਅੰਦਰ ਆ ਕੇ ਅੱਤ ਦੇ ਜਬਰ ਨਾਲ, ਅੱਤ ਦੇ ਸਬਰ ਨਾਲ ਮੁਕਾਬਲਾ ਕੀਤਾ। ਇੱਕ ਪਾਸੇ ਅੰਤਾਂ ਦਾ ਜਬਰ ਹੈ, ਇੱਕ ਪਾਸੇ ਅੰਤਾਂ ਦਾ ਜਬਰ ਜਨਾਹ ਹੈ, ਲੇਕਿਨ ਇੱਕ ਪਾਸੇ ਅੰਤਾਂ ਦਾ ਸਬਰ ਹੈ। ਕਿਉਂਕਿ ਗੱਲ ਇੱਕ ਯਾਦ ਰੱਖਿਓ, ਕਈ ਵਾਰ ਮਨੁੱਖ ਜ਼ਿੰਦਗੀ ਵਿੱਚ ਮਰਨ ਦੇ ਨਾਲ ਇਹ ਖਤਮ ਹੋ ਜਾਂਦਾ ਹੈ। ਕਈ ਵਾਰ ਮਨੁੱਖ ਜੀਂਦਾ ਹੋਇਆ ਵੀ ਮਰਿਆ ਹੋਇਆ ਹੁੰਦਾ ਹੈ। ਕਈ ਵਾਰ ਮਨੁੱਖ ਜੀਂਦਾ ਤਾਂ ਹੁੰਦਾ ਹੈ ਪਰ ਮਰਿਆਂ ਨਾਲੋਂ ਵੀ ਭੈੜਾ ਹੁੰਦਾ ਹੈ। ਉਹ ਮਨੁੱਖ ਹੁੰਦਾ ਹੈ ਜਿਹਦਾ ਕਹਿ ਲਓ ਕਿ ਆਤਮਕ ਮਰ ਜਾਵੇ, ਜਿਹਦੀ ਆਤਮਾ ਮਰ ਜਾਵੇ, ਉਹਨੂੰ ਮਰਿਆ ਹੋਇਆ ਮੰਨਿਆ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਆਪਣੀ ਅੰਮ੍ਰਿਤ ਰਚਨਾ ਦੇ ਅੰਦਰ ਸਮਝਾਉਣ ਦਾ ਯਤਨ ਕੀਤਾ ਕਿ ਜ਼ਰੂਰੀ ਨਹੀਂ ਕਿ ਜਿਹੜੀ ਡੈੱਡ ਬੋਡੀ ਹੈ, ਜਿਹਦੇ ਵਿੱਚ ਸਵਾਸ ਨਹੀਂ ਚੱਲਦੇ, ਉਹ ਮਰਿਆ ਹੋਇਆ ਹੈ। ਹਾਂ, ਇਹ ਠੀਕ ਹੈ, ਜਿਹਦੇ ਵਿੱਚ ਸਵਾਸ ਨਹੀਂ ਚੱਲਦੇ ਉਹ ਸਰੀਰਕ ਤੌਰ 'ਤੇ ਮਰ ਚੁੱਕਾ ਹੈ, ਲੇਕਿਨ ਇਸ ਮੌਤ ਤੇ ਸਭ ਸੰਸਾਰ ਨੂੰ ਆਉਂਦੀ ਹੈ ਨਾ। ਇੱਕ ਉਹ ਮੌਤ ਹੈ ਜਿਹੜੀ ਜਿਉਂਦਿਆਂ ਵੀ ਆ ਜਾਂਦੀ ਹੈ, ਇੱਕ ਉਹ ਮੌਤ ਹੈ ਜਿਹੜੀ ਜਿਉਂਦਿਆਂ ਵੀ ਆ ਜਾਂਦੀ ਹੈ। ਸਤਿਗੁਰੂ ਜੀ ਨੂੰ ਪੁੱਛੀਏ, ਸਤਿਗੁਰੂ ਜੀ ਬਾਣੀ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣੀ ਰਚਨਾ ਵਿੱਚ ਕਹਿੰਦੇ, ਮਰਣੰ ਉਹ ਲੋਕ ਮਰੇ ਹੋਏ ਜਾਣੋ। ਕਿਹੜੇ ਜੀ? ਸਤਿਗੁਰੂ ਜੀ ਕਿਰਪਾ ਕਰੋ। ਤੇ ਸਤਿਗੁਰੂ ਜੀ ਕਹਿੰਦੇ, ਵਿਸਰਣੰ ਜਿਨ੍ਹਾਂ ਨੂੰ ਵਿਸਰ ਗਿਆ। ਕੌਣ? ਗੋਬਿੰਦ ਹੈ। ਗੋ ਨਾਂ ਧਰਤੀ ਦਾ ਹੈ, ਬਿੰਦ ਨਾਂ ਧਰਤੀ ਦੀ ਰੱਖਿਆ ਕਰਨ ਵਾਲੇ ਦਾ ਹੈ। ਜਿਹੜਾ ਧਰਤੀ ਦੀ ਰੱਖਿਆ ਕਰਨ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਜਿਸ ਨੇ ਆਪਣੇ ਜਿਹਣ ਵਿੱਚੋਂ ਵਿਸਾਰ ਦਿੱਤਾ, ਉਹ ਸਰੀਰਕ ਤੌਰ 'ਤੇ ਭਾਵੇਂ ਜਿੰਦਾ ਵੀ ਹੋਏ ਪਰ ਉਹ ਡੈੱਡ ਬੋਡੀ ਹੀ ਹੈ, ਉਹ ਮਰਿਆ ਹੋਇਆ ਹੀ ਹੈ। ਇੱਥੇ ਹੀ ਨਹੀਂ, ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਹੋਰ ਬਚਨ ਵੀ ਕਹਿ ਦਿੱਤਾ। ਇਹ ਆਮ ਲੋਕਾਂ ਵਾਸਤੇ ਹੀ ਨਹੀਂ, ਖਾਸ ਲੋਕਾਂ ਵਾਸਤੇ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਅਤ ਸੁੰਦਰ ਬੇਹੱਦ ਸੁੰਦਰ ਹੋਵੇ, ਉਹਦੀ ਸੁੰਦਰਤਾ ਦੀ ਕੋਈ ਹੱਦ ਨਾ ਹੋਵੇ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ। ਜੇ ਹਿਰਦੇ ਦੇ ਅੰਦਰ ਪ੍ਰੀਤ ਨਹੀਂ ਬਣੀ, ਜੇ ਪ੍ਰਮਾਤਮਾ ਨਾਲ ਪ੍ਰੀਤ ਨਹੀਂ ਹੈ, ਤੇ ਉਹ ਡੈੱਡ ਬੋਡੀ ਹੀ ਹੈ, ਉਹ ਮਰਿਆ ਹੋਇਆ ਹੀ ਹੈ। ਤੇ ਸਤਿਗੁਰਾਂ ਨੂੰ ਪੁੱਛੀਏ, ਸਤਿਗੁਰੂ ਜੀ ਕੋਈ ਲੋਕ ਜਿਉਂਦੇ ਵੀ ਹਨ। ਤੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣੀ ਰਚਨਾ ਵਿੱਚ ਹੀ ਸਮਝਾਉਂਦੇ ਹਨ, ਕਹਿੰਦੇ ਜਿਉਂਦੇ ਹਨ। ਕਿਹੜੇ ਜਿਉਂਦੇ ਨੇ? ਸਤਿਗੁਰੂ ਜੀ ਕਹਿੰਦੇ ਉਹ ਲੋਕ ਜਿਉਂਦੇ ਨੇ ਕਿਹੜੇ? ਜੀਵਨੰ ਹਰ ਨਾਮ ਧਿਆਵਣੇ, ਜਿਹੜੇ ਰੱਬ ਦੀ ਇਬਾਦਤ ਕਰਦੇ ਨੇ ਨਾ, ਜਿਹੜੇ ਰੱਬ ਦੀ ਸਿਫਤ ਸਲਾਹ ਕਰਦੇ ਹੈ, ਜਿਹੜੀਆਂ ਆਤਮਾਵਾਂ ਦੇ ਅੰਦਰ ਪਰਮਾਤਮਾ ਦੀ ਰੌਂ ਚੱਲਦੀ ਹੈ, ਪਰਮਾਤਮਾ ਦੀ ਵਡਿਆਈ ਚੱਲਦੀ ਹੈ, ਉਹ ਲੋਕ ਜਿਉਂਦੇ ਹਨ। ਸਤਿਗੁਰੂ ਜੀ ਦੀ ਇਹ ਪਾਵਨ ਬਚਨ ਜਿਹੜਾ ਹੈ, ਇਹ ਬਿਹਾਗੜੇ ਦੇ ਰਾਗ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਪਾਉਣ ਦਾ ਯਤਨ ਕੀਤਾ ਹੈ। ਹਰ ਚਰਨ ਸਰੋਵਰ ਤਹਿ ਕਰੋ ਨਿਵਾਸ ਮਨਾ। ਪਰਮਾਤਮਾ ਦਾ ਨਾਮ ਰੂਪੀ ਸਰੋਵਰ ਹੈ, ਤੇ ਜਿਸ ਸਰੋਵਰ ਦੇ ਵਿੱਚ ਮਨ ਨੇ ਨਿਵਾਸ ਕਰਨਾ ਹੈ। ਕਿਉਂਕਿ ਜਿਹੜਾ ਮਨ ਹੈ ਨਾ, ਮੈਂ ਪਹਿਲੇ ਵੀ ਗੱਲ ਕੀਤੀ ਕਿ ਮਨ ਹੀ ਜਿਹੜਾ ਹੈ ਖਿੰਡਿਆ ਹੋਇਆ ਹੈ, ਮਨ ਹੀ ਭਟਕਦਾ ਹੈ, ਮਨ ਹੀ ਮਨੁੱਖ ਨੂੰ ਟਿਕਣ ਨਹੀਂ ਦਿੰਦਾ, ਮਨ ਹੀ ਨਠਾਈ ਫਿਰਦਾ ਹੈ, ਮਨ ਦੇ ਪਿੱਛੇ ਹੀ ਮਨੁੱਖ ਦੌੜਿਆ ਫਿਰਦਾ ਹੈ। ਲੇਕਿਨ ਕੋਈ ਵਿਰਲਾ ਹੈ ਜੱਗ ਵਿੱਚ, ਕੋਈ ਵਿਰਲਾ ਹੈ। ਕੋਟਨ ਮੈਂ ਕਹੂੰ ਨਾਰਾਇਣ ਜੇ ਚੀਤ, ਜਿਨ੍ਹਾਂ ਦਾ ਚਿੱਤ ਰੱਬ ਨਾਲ ਲੱਗ ਜਾਂਦਾ ਹੈ, ਉਹਨਾਂ ਦਾ ਮਨ ਟਿਕ ਜਾਂਦਾ ਹੈ। ਵੈਸੇ ਗੁਰੂ ਨੇ ਇਹ ਕਿਹਾ ਹੈ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਜੇ ਪੂਰਨ ਕਿਰਪਾ ਹੋਏ, ਪੂਰਨ ਕਿਰਪਾ ਹੋ ਜਾਵੇ ਤਾਂ ਮਨ ਟਿਕਦਾ ਹੈ। ਵੈਸੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੀ ਪਾਵਨ ਰਚਨਾ ਦੇ ਅੰਦਰ ਇਹ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਜੀ ਕਹਿੰਦੇ ਕਿ ਇੱਕ ਕੰਮ ਕਰ ਲਿਆ ਜੇ ਮਨ ਹੈ ਨਾ,
ਮਨ ਨੂੰ ਇੱਕ ਕੰਮ ਕਰੋ। ਕਿਹੜਾ ਕਰੋ? ਕਹਿੰਦੇ ਮਨ ਵੇਚੈ ਸਤਿਗੁਰ ਕੇ ਪਾਸ। ਤੁਸੀਂ ਇੱਕੋ ਇੱਕ ਕੰਮ ਕਰ ਲਓ, ਆਪਣਾ ਮਨ ਗੁਰੂ ਦੇ ਕੋਲ ਵੇਚ ਦਿਓ। ਜਦੋਂ ਮਨ ਗੁਰੂ ਅੱਗੇ ਵੇਚ ਦਈਏ ਨਾ ਜੀ, ਤੇ ਇੱਕ ਗੱਲ ਬੜੀ ਸਾਫ਼ ਹੈ, ਜਿਹੜੀ ਪ੍ਰੋਪਰਟੀ, ਜਿਹੜੀ ਕਾਰ, ਜਿਹੜੀ ਕੋਠੀ, ਜ਼ਮੀਨ ਜਾਇਦਾਦ ਕਿਸੇ ਨੂੰ ਵੇਚ ਦਈਏ, ਫਿਰ ਉਸ ਦੀ ਮਰਜ਼ੀ ਤੋਂ ਬਿਨਾਂ ਉਹਦੇ ਵਿੱਚ ਪੈਰ ਨਹੀਂ ਰੱਖਿਆ ਜਾ ਸਕਦਾ, ਉਹਨੂੰ ਟੱਚ ਨਹੀਂ ਕੀਤਾ ਜਾ ਸਕਦਾ। ਤੇ ਇਸੇ ਤਰ੍ਹਾਂ ਜੇ ਮਨ ਤੂੰ ਆਪਣਾ ਗੁਰੂ ਅੱਗੇ ਰੱਖ ਦੇਵੇਂਗਾ, ਫਿਰ ਤੇਰੀ ਆਪਣੀ ਮਰਜ਼ੀ ਨਹੀਂ ਚੱਲੇਗੀ, ਫਿਰ ਗੁਰੂ ਦੀ ਮਰਜ਼ੀ ਚੱਲੇਗੀ। ਫਿਰ ਕੀ ਚੱਲੇਗੀ? ਜੋ ਗੁਰ ਕਹੈ ਸੋਈ ਪਲ ਮਨ ਹੋ ਜਾਏਗਾ। ਜੋ ਗੁਰੂ ਕਹੇਗਾ ਉਹ ਮਨ ਮੰਨੇਗਾ, ਤੇ ਮਨ ਮੰਨੇਗਾ, ਮਨ ਮੰਨੇ ਸੁਖ ਹੋਈ। ਜਦੋਂ ਤੇਰਾ ਮਨ ਮੰਨ ਜਾਵੇਗਾ ਨਾ, ਅਸਲ ਵਿੱਚ ਸੁਖ ਤੈਨੂੰ ਮਿਲਣਾ ਉਦੋਂ ਹੈ। ਮਨ ਦੇ ਮੰਨਣ ਵਿੱਚ ਸੁਖ ਹੈ, ਤੇ ਮਨ ਦੇ ਨਾ ਮੰਨਣ ਵਿੱਚ, ਮਨ ਦੇ ਰੁੱਸਣ ਵਿੱਚ ਦੁੱਖ ਹੈ, ਕਲੇਸ਼ ਹੈ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਨਾਮ ਰੂਪੀ ਸਰੋਵਰ ਦੇ ਵਿੱਚ ਆਪਣੇ ਇਸ ਮਨ ਦਾ ਨਿਵਾਸ ਕਰਾਓ। ਕਰ ਮੱਜਨ ਹਰ ਸਰੀ ਸਭ ਕਿਲ ਵਿਖ ਨਾਸ ਮਨਾ। ਜੇ ਇਸ ਮਨ ਦਾ ਨਾਮ ਦੇ ਸਰੋਵਰ ਵਿੱਚ ਇਸ਼ਨਾਨ ਕਰਾਏਗਾ ਨਾ, ਮੱਜਣ ਤੋਂ ਭਾਵ ਇਸ਼ਨਾਨ, ਤੇ ਤੇਰੇ ਅੰਦਰ ਜਿੰਨੇ ਵੀ ਪਾਪ ਨੇ, ਜਿੰਨੇ ਵੀ ਅੰਦਰ ਕਿਉਂਕਿ ਮਨੁੱਖ ਦਾ ਅੰਦਰਲਾ ਜਿਹੜਾ ਹੈ ਨਾ ਮਨ ਹੀ ਤੇ ਹੈ ਨਾ ਜਿਹੜਾ ਪਾਪ ਕਰਾਉਂਦਾ ਹੈ। ਸਾਰੇ ਸਰੀਰ ਨੂੰ, ਸਾਰੀ ਬਾਡੀ ਨੂੰ ਡਾਇਰੈਕਸ਼ਨ ਹੀ ਮਨ ਦਿੰਦਾ ਹੈ। ਜੇ ਮਨ ਬਲਵਾਨ ਹੋਵੇ, ਗੱਲ ਯਾਦ ਰੱਖਿਓ, ਤਨ ਬਲਵਾਨ ਹੋਵੇ, ਬੜੇ ਬੜੇ ਬਲਵਾਨੀ ਵੇਖੇ, ਬੜੇ ਬੜੇ ਤਾਕਤਵਰ ਵੇਖੇ, ਬੜੇ ਬੜੇ ਜਵਾਨ ਵੇਖੇ, ਪਰ ਮਨ ਤੋਂ ਡੋਲ ਜਾਂਦੇ ਦੇਖੇ। ਪਰ ਮਨ ਦੇ ਬੜੇ ਬੜੇ ਜਿਹੜੇ ਧਨੀ ਸਨ, ਜਿਹੜੇ ਮਨ ਦੇ ਧਨੀ ਸਨ, ਉਹਨਾਂ ਨੇ ਹਾਥੀਆਂ ਦੇ ਮੁਕਾਬਲੇ ਵੀ ਕਰ ਲਏ। ਇਹੀ ਇਤਿਹਾਸ ਸੀ ਨਾ। ਇਹ ਇਤਿਹਾਸ ਦੱਸਦਾ ਹੈ ਕਿ ਮਨ ਬਲਵਾਨ ਹੋਵੇ, ਸਰੀਰ ਭਾਵੇਂ ਕਮਜ਼ੋਰ ਵੀ ਹੋਵੇ, ਤਾਂ ਵੀ ਵੱਡੀ ਤੋਂ ਵੱਡੀ ਸ਼ਕਤੀ ਨਾਲ ਟੱਕਰ ਲੈਣ ਦੇ ਸਮਰੱਥ ਰੱਖਦਾ। ਆਪਣੇ ਮਨ ਦਾ ਇਸ਼ਨਾਨ ਕਰਾ, ਤੇ ਜਿਹੜੇ ਮਨ ਦੇ ਅੰਦਰ ਤੇਰੇ ਪਾਪ ਨੇ ਨਾ, ਉਹ ਪਾਪ ਧੁੱਪ ਜਾਣਗੇ। ਤੇ ਜਦੋਂ ਪਾਪ ਧੁੱਪ ਜਾਣਗੇ, ਸਾਰੇ ਨਾਸ਼ ਹੋ ਜਾਣਗੇ, ਸਾਰੇ ਖਤਮ ਹੋ ਜਾਣਗੇ। ਕਰ ਸਦਾ ਮੱਜਨ ਗੋਬਿੰਦ ਸੱਜਣ ਦੁਖ ਅੰਧੇਰਾ ਨਾਸੀ। ਇਹ ਨਹੀਂ ਕਿ ਅੱਜ ਕਰ ਲਿਆ, ਕੱਲ ਨੂੰ ਫਿਰ ਦੇਖ ਲਾਂਗੇ, ਹੁਣ ਹੋ ਗਿਆ ਫਿਰ ਦੇਖਾਂਗੇ। ਵੈਸੇ ਤੇ ਸਾਡੀ ਸਿੱਖ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹੋਇਆ ਨਾ ਕਿ ਸਿੱਖ ਨੇ ਪਹਿਰ ਰਾਤ ਰਹਿੰਦੀ ਉੱਠਣਾ ਹੈ। ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਹੋਇਆ, ਵਾਹਿਗੁਰੂ ਦਾ ਧਿਆਨ ਧਰਦਾ ਹੋਇਆ ਇਸ਼ਨਾਨ ਕਰੇ ਤੇ ਨਿਤਨੇਮ ਕਰੇ। ਤੇ ਇਹ ਅੱਜ ਦੀ ਤਰੀਕ ਵਿੱਚ ਰਾਤ ਨੂੰ ਤੇ 12-1 ਵਜੇ ਤੱਕ ਅਸੀਂ ਫੇਸਬੁੱਕ ਤੇ WhatsApp ਤੇ ਬੈਠ ਸਕਦੇ ਹਾਂ, ਪਰ ਸਾਡੇ ਕੋਲੋਂ ਅੰਮ੍ਰਿਤ ਵੇਲਾ ਗਵਾਚ ਗਿਆ ਹੈ। ਗੁਰਮੁਖੋ, ਜਿਨ੍ਹਾਂ ਦੇ ਕੋਲੇ ਅੰਮ੍ਰਿਤ ਵੇਲਾ ਹੈਗਾ, ਉਹਨਾਂ ਨੂੰ ਇਸ ਗੱਲ ਦਾ ਅਨੁਭਵ ਹੋਏਗਾ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਲ ਆਪਣੀ ਸੁਰਤੀ ਨੂੰ ਜੋੜਿਆ, ਨਾਮ ਨਾਲ ਜੋੜਿਆ, ਉਹਨਾਂ ਦੀਆਂ ਝੋਲੀਆਂ ਵੀ ਭਰਦੀਆਂ ਹਨ, ਉਹਨਾਂ ਦਾ ਮਨ ਟਿਕਾਓ ਵਿੱਚ ਵੀ ਆਉਂਦਾ ਹੈ, ਉਹਨਾਂ ਦੇ ਅੰਦਰ ਗੱਲ ਬਣਦੀ ਹੈ। ਸਾਡੇ ਬਜ਼ੁਰਗਾਂ ਨੇ, ਸਾਡੇ ਪੁਰਖਿਆਂ ਨੇ ਤਾਂ ਹੀ ਤੇ ਸਾਨੂੰ ਇਹ ਜਿਹੜੀ ਮਰਿਆਦਾ ਹੈ ਨਾ ਸਾਡੀ ਝੋਲੀ ਵਿੱਚ ਪਾਈ ਹੈ। ਸਿੱਖ ਦੀ ਰਹਿਣੀ ਜਿਹੜੀ ਹੈ ਨਾ ਜੀ, ਉਹ 2 ਤਰ੍ਹਾਂ ਦੀ ਹੈ ਨਾ, ਸ਼ਖਸੀ ਤੇ ਪੰਥਕ। ਸੋ ਅਸੀਂ ਆਪਣੀ ਸ਼ਖਸੀ ਰਹਿਣੀ ਵਿੱਚ ਪਹਿਲਾਂ ਰਹਿਣ ਦਾ ਯਤਨ ਕਰੀਏ, ਸਿੱਖ ਲਈਏ। ਤੇ ਉਹਦੀ ਪਹਿਲੀ ਗੱਲ ਜਿਹੜੀ ਹੈ, ਇੱਥੋਂ ਅਸੀਂ ਨਾਮ ਸਿਮਰਨ ਦੇ ਅਭਿਆਸ, ਨਾਮ ਨਿਤਨੇਮ ਦੀਆਂ ਬਾਣੀਆਂ ਦਾ ਜ਼ਿਕਰ ਕੀਤਾ, ਅਸੀਂ ਨਿਤਾ ਪ੍ਰਤੀ ਗੁਰੂ ਨਾਲ ਜੁੜਨ ਦੀ ਗੱਲ ਕੀਤੀ ਹੋਈ ਸਾਨੂੰ ਸਮਝਾਇਆ ਹੈ। ਸੋ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਹਮੇਸ਼ਾ ਇਸ਼ਨਾਨ ਕਰਨਾ ਇਹ ਨਹੀਂ ਕਿ ਅੱਜ ਕਰ ਲਿਆ ਤੇ ਕੱਲ ਨਹੀਂ, ਸਦਾ ਹੀ ਕਰਨਾ ਹੈ। ਕਰ ਸਦਾ ਮੱਜਨ, ਕਿੱਥੇ ਕਰਨਾ ਹੈ? ਗੋਬਿੰਦ ਸੱਜਣ। ਜਿਹੜਾ ਤੇਰਾ ਅਸਲੀ ਸੱਜਣ ਹੈ ਨਾ, ਉਹ ਗੋਬਿੰਦ ਹੈ, ਉਹ ਪਰਮਾਤਮਾ ਹੈ। ਤੇ ਪਰਮਾਤਮਾ ਨੂੰ ਸੱਜਣ ਬਣਾ ਲਾ। ਜਿਹੜੇ ਦੁਨੀਆ ਦੇ ਸੱਜਣ ਨੇ, ਉਹ ਵਿਪਤਾ ਪਈ ਤੇ ਸਾਥ ਛੱਡ ਜਾਇਆ ਕਰਦੇ ਨੇ। ਕੋਲ ਧਨ ਹੋਵੇ ਨਾ, ਤੇ ਸਿਆਣੇ ਕਹਿੰਦੇ ਵਿੱਚ ਸੁੱਖਾਂ ਦੇ ਸਾਰੀ ਦੁਨੀਆ, ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ। ਜਦੋਂ ਕੋਈ ਪੁੱਠੀ ਬਾਜੀ ਪਵੇ ਫਿਰ ਪਤਾ ਲੱਗਦਾ ਹੈ। ਸੁੱਖ ਵਿੱਚ ਸਾਰੇ ਸੱਜਣ ਹੁੰਦੇ ਆ, ਜਿਹੜਾ ਦੁੱਖ ਵਿੱਚ ਸੱਜਣ ਹੋਵੇ, ਅਸਲ ਸੱਜਣ ਤੇ ਉਹ ਹੁੰਦਾ ਹੈ। ਤੇ ਜਿਹੜਾ ਦੁੱਖ ਤੇ ਸੁੱਖ ਵਿੱਚ ਸੱਜਣ ਰਹਿਣ ਵਾਲਾ ਹੈ, ਉਹ ਕੇਵਲ ਪਰਮਾਤਮਾ ਹੈ, ਗੋਬਿੰਦ ਹੈ। ਸਤਿਗੁਰੂ ਜੀ ਦੇ ਜਦੋਂ ਗੋਬਿੰਦ ਜੀ ਦੇ ਨਾਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਜਦੋਂ ਤੂੰ ਆਪਣੀ ਆਤਮਾ ਪਰਮਾਤਮਾ ਨਾਲ ਜੋੜੇਗਾ, ਉਹਨੂੰ ਸੱਜਣ ਬਣਾ ਲੇਗਾ, ਤੇ ਫਿਰ ਕੀ ਹੋਏਗਾ? ਦੁੱਖ ਅੰਧੇਰਾ ਨਾਸੇ। ਜਿਹੜਾ ਤੇਰੀ ਅੰਤਸ਼ਕਰਨ ਦੇ ਵਿੱਚ ਅੰਧੇਰਾ ਹੈ ਨਾ, ਉਹ ਅੰਧੇਰਾ ਕਿਹੜਾ ਹੈ ਜੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ। ਇਹ
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਸਾਨੂੰ ਸੂਤਰ ਬਖਸ਼ਿਸ਼ ਕੀਤਾ ਜੀ, ਜਿਹਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣੀ ਪਾਵਨ ਰਚਨਾ ਦੇ ਵਿੱਚ ਸਮਝਾ ਕੇ ਕਹਿੰਦੇ, ਸੰਸਾਰ ਦੇ ਲੋਕੋ ਆਹ ਕੰਮ ਕਰੋ, ਅੰਤਰ ਗੁਰ ਆਰਾਧਨਾ, ਅੰਤਸ਼ਕਰਨ ਦੇ ਵਿੱਚ ਗੁਰੂ ਗੁਰੂ ਕਰਨਾ ਹੈ, ਗੁਰੂ ਦਾ ਨਾਮ ਜਪਣਾ ਹੈ, ਗੁਰੂ ਦਾ ਦੱਸਿਆ ਮਾਰਗ, ਗੁਰੂ ਦੀ ਬਾਣੀ ਨੂੰ ਪੜ੍ਹਨਾ ਹੈ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਤੇ ਜ਼ਬਾਨ ਨਾਲ ਆਪਣੀ ਰਸਨਾ ਨਾਲ ਪਰਮਾਤਮਾ ਦਾ ਨਾਮ ਜਪਣਾ ਹੈ। ਨੇਤਰੀ ਸਤਿਗੁਰ ਪੇਖਣਾ, ਇਹਨਾਂ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਨੇ ਤੇ ਗੁਰੂ ਦੀ ਸੰਗਤ ਦੇ ਦਰਸ਼ਨ ਕਰਨੇ ਹੈ। ਸਤਿਪੁਰਸ਼ਾਂ ਦੇ ਨਾਲ ਮਿਲਣਾ ਜੁਲਣਾ ਹੈ, ਇਹਨਾਂ ਅੱਖਾਂ ਦੇ ਨਾਲ ਦਰਸ਼ਨ ਦੀਦਾਰ ਕਰਨੇ ਨੇ। ਤੇ ਫਿਰ ਕੀ ਹੈ? ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਕੰਨ ਮਿਲੇ ਨੇ ਸੁਣਨ ਵਾਸਤੇ, ਅੱਖਾਂ ਮਿਲੀਆਂ ਨੇ ਵੇਖਣ ਵਾਸਤੇ। ਤੇ ਜੇ ਇਹ ਅੱਖਾਂ ਸਾਧ ਸੰਗਤ ਦੇ ਦਰਸ਼ਨ ਨਾ ਕਰਨ ਤੇ ਫਿਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਸੰਬੰਧ 'ਚ ਵੀ ਕਹਿ ਦਿੱਤਾ। ਵੈਸੇ ਤੇ ਸਤਿਗੁਰੂ ਜੀ ਕਹਿੰਦੇ ਆ, ਇਹ ਗੱਲ ਯਾਦ ਰੱਖਿਓ, ਨੈਣ ਨਾ ਦੇਖੇ ਸਾਧ, ਜਿਹੜੀਆਂ ਅੱਖਾਂ ਸਾਧ ਸੰਗਤ ਦੇ ਦਰਸ਼ਨ ਨਹੀਂ ਨਾ ਕਰਦੀਆਂ ਜੀ, ਸੇ ਨੈਣ ਬੇਹਾਲਿਆ, ਕਹਿੰਦੇ ਉਹ ਅੱਖਾਂ ਬੇਹਾਲ ਕਰ ਦਿਓ, ਕੱਢ ਦਿਓ ਇਹੋ ਜਿਹੀਆਂ ਅੱਖਾਂ ਜਿਹੜੀਆਂ ਸਾਧ ਸੰਗਤ ਦੇ ਦੀਦਾਰ ਨਹੀਂ ਕਰਦੀਆਂ। ਨੈਣ ਨਾ ਦੇਖੇ ਸਾਧ, ਸੇ ਨੈਣ ਬੇਹਾਲਿਆ। ਫਿਰ ਕਹਿੰਦੇ ਕਰਨ ਨਾ ਸੁਣਹੀ ਨਾਦ, ਕਰਨ ਮੁੰਦ ਘਾਲਿਆ, ਜਿਹੜੇ ਕੰਨ ਰੱਬ ਦਾ ਹਰ ਜਸ ਨਹੀਂ ਨਾ ਸੁਣਦੇ, ਉਹ ਕੰਨ ਬੰਦ ਕਰ ਦਿਓ। ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟਿਆ। ਸੋ ਇਹ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਸੂਤਰ ਬਖਸ਼ਿਸ਼ ਕੀਤਾ ਕਿ ਇਹ ਚਾਰ ਗੱਲਾਂ ਨੂੰ ਕੇਂਦਰਿਤ ਕਰ ਲਿਓ ਜੀ। ਕਿਹੜਾ? ਅੰਤਸ਼ਕਰਨ ਵਿੱਚ ਗੁਰੂ ਦੀ ਯਾਦ ਵਸਾ ਲੈਣੀ, ਗੁਰੂ ਦਾ ਹੁਕਮ ਵਸਾ ਲੈਣਾ, ਗੁਰੂ ਦਾ ਉਪਦੇਸ਼ ਵਸਾ ਲੈਣਾ। ਤੇ ਫਿਰ ਆਪਣੇ ਸਤਿਗੁਰੂ ਜੀ ਨੇ ਕਿਹਾ ਹੈ ਕਿ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਣਾ ਹੈ, ਬਾਣੀ ਨੂੰ ਪੜ੍ਹਨਾ ਹੈ, ਤੇ ਨੇਤਰਾਂ ਨਾਲ ਸਾਧ ਸੰਗਤ ਦੇ ਗੁਰੂ ਦੇ ਦੀਦਾਰ ਕਰਨੇ ਨੇ, ਤੇ ਕੰਨਾਂ ਨਾਲ ਸਰਵਣ ਕਰਨਾ ਹੈ। ਇੱਕ ਸੂਤਰ ਸਾਡੀ ਝੋਲੀ ਵਿੱਚ ਪਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸਮਝਾਉਂਦੇ ਨੇ? ਕਹਿੰਦੇ ਨੇ ਕਿ ਇਹ ਗੱਲ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲਓ। ਜਦੋਂ ਤੁਸੀਂ ਕਾਮ ਕਰੋ, ਲੋਭ ਮੋਹ ਹੰਕਾਰ ਦਾ ਅੰਦਰ ਅੰਧੇਰਾ ਹੈ, ਤੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਇਹ ਸਮਝ ਗੁਰੂ ਤੋਂ ਬਿਨਾਂ ਨਹੀਂ ਜੇ ਆਉਣੀ ਇਸ ਗੱਲ ਦੀ, ਕਿਉਂਕਿ ਅੰਦਰ ਜਿਹੜਾ ਅਗਿਆਨਤਾ ਦਾ ਅੰਧੇਰਾ ਹੈ ਨਾ, ਸਤਿਗੁਰੂ ਜੀ ਦੀ ਬਾਣੀ ਤਾਂ ਕਹਿੰਦੀ ਨਾ, ਜੇ 100 ਚੰਦਾ ਉਗਵੇ ਸੂਰਜ ਚੜ੍ਹੇ 1000, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਤਿਗੁਰੂ ਜੀ ਸਮਝਾਉਂਦੇ ਹਨ, ਜਨਮ ਮਰਨ ਨਾ ਹੋਏ ਤਿਸ ਕੋ, ਕਟੈ ਜਮ ਕੇ ਫਾਸੇ। ਸਤਿਗੁਰੂ ਜੀ ਬਚਨ ਕਰਦੇ ਆ ਕਿ ਤੇਰਾ ਜੰਮਣ ਤੇ ਮਰਨ ਫਿਰ ਇਹ ਖਤਮ ਹੋ ਜਾਏਗਾ। ਸਭ ਤੋਂ ਵੱਡਾ ਦੁੱਖ ਬਾਰ-ਬਾਰ ਜੰਮਣਾ ਹੈ, ਬਾਰ-ਬਾਰ ਉਸ ਜੂਨਾਂ ਦੇ ਵਿੱਚ ਭਟਕਦੇ ਫਿਰਨਾ ਹੀ ਹੈ। ਸਤਿਗੁਰੂ ਜੀ ਸਮਝਾਉਣ ਦਾ ਯਤਨ ਕਰ ਰਹੇ ਨੇ, ਪਿਆਰਿਓ ਤੇਰੀ ਜਮਾਂ ਦੀ ਫਾਹੀ ਜਿਹੜੀ ਹੈ ਉਹ ਕੱਟੀ ਜਾਵੇਗੀ। ਕਿਵੇਂ ਕੱਟੀ ਜਾਏਗੀ? ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਨਾ, ਜਬ ਰਾਮ ਨਾਮ ਮਨ ਲੱਗਾ, ਜਦੋਂ ਨਾਮ ਦੇ ਨਾਲ ਮਨ ਲੱਗ ਗਿਆ ਤੇ ਫਿਰ ਕੀ ਹੋਏਗਾ? ਜੰਮ ਲੱਜਾਏ ਕਰ ਭਾਗਾ, ਜੰਮ ਲੱਜਿਆ ਕੇ ਸ਼ਰਮਿੰਦਾ ਹੋ ਕੇ ਤੇਰੇ ਕੋਲੋਂ ਦੂਰ ਨੱਠ ਜਾਵੇਗਾ। ਮਿਲ ਸਾਧ ਸੰਗੇ ਨਾਮ ਰੰਗੇ, ਤਾਹਾ ਪੂਰਨ ਆਸੋ। ਸਾਧ ਸੰਗਤ ਇੱਕ ਐਸਾ ਸਰੋਵਰ, ਇਹ ਕਿੱਥੇ ਮਿਲਦਾ ਹੈ? ਕਿੱਥੇ ਇਸ ਤਰ੍ਹਾਂ ਜਿਹੜੀ ਜਮਾਂ ਦੀ ਫਾਹੀ ਕੱਟੀ ਜਾਵੇਗੀ? ਕਿਸ ਤਰੀਕੇ ਨਾਲ ਕੱਟੀ ਜਾਵੇਗੀ? ਸੰਗਤ ਜੀ ਕਦੀ ਉੱਚੀਆਂ ਪਹਾੜੀਆਂ ਤੇ ਜਾ ਕੇ ਦੇਖੀਏ ਨਾ, ਸੁਗੰਧੀਦਾਰ ਬੂਟੀਆਂ ਦੀ ਘਾਹ ਸੰਗਤ ਕਰ ਲਵੇ, ਉਹਦੇ ਚੋਂ ਸੁਗੰਧੀ ਆਉਣ ਲੱਗ ਜਾਂਦੀ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਜੇ ਕੋਈ ਪੌਦਾ ਚੰਦਨ ਦੇ ਪੌਦੇ ਦੀ ਦਰਖਤ ਸੰਗਤ ਕਰ ਲੈਣ ਤੇ ਉਹਨਾਂ ਚੋਂ ਚੰਦਨ ਦੀ ਸੁਗੰਧੀ ਆਉਣ ਲੱਗ ਜਾਂਦੀ। ਜਿੰਨੇ ਵੀ ਕਰ ਲੈਣਾ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਤੇ ਇੱਕ ਹੋਰ ਬੜਾ ਪਿਆਰਾ ਬਚਨ ਹੈ ਸਤਿਗੁਰੂ ਜੀ ਦਾ, ਬਾਣੀ ਵਿੱਚ ਕਹਿੰਦੇ ਨੇ ਕਿ ਕਬੀਰ ਮਨ ਪੰਖੀ ਭਇਓ। ਜਿਹੜਾ ਸਾਡਾ ਮਨ ਹੈ ਨਾ, ਇਹ ਕੀ ਹੈ ਜੀ? ਪੰਛੀ ਵਰਗਾ ਹੈ। ਮਨ ਪੰਖੀ ਭਇਓ, ਓਡੇ ਉੱਡ ਦਹਿ ਦਿਸ ਜਾਏ। ਇਹ 10 ਦਿਸ਼ਾਵਾਂ ਵਿੱਚ ਉਡਾਰੀਆਂ ਮਾਰਦਾ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਹੀ ਫਲ ਖਾਹੇ। ਚੰਗੀ ਸੰਗਤ ਮਿਲ ਜਾਵੇ ਤੇ ਚੰਗਾ ਬਣ ਜਾਂਦਾ ਹੈ, ਮਾੜੀ ਮਿਲ ਜਾਵੇ ਤੇ ਇਹਦਾ ਜੀਵਨ ਰਸਾਤਲ ਵੱਲ ਚਲਿਆ ਜਾਂਦਾ ਹੈ। ਚਣਕੀਆ ਨੇ ਬੜਾ ਸੋਹਣਾ ਲਿਖਿਆ ਜੀ। ਚਣਕੀਆ ਕਹਿੰਦਾ ਹੈ, ਸੰਸਾਰ ਦੇ ਲੋਗੋ, ਤੁਸੀਂ ਜੇ ਕਿਤੇ ਸ਼ੇਰ ਦੇ ਘੁਰਨੇ 'ਚ ਜਾਓਗੇ, ਉਹ ਤਿੱਖੀਆਂ ਨੌਂਦਰਾਂ ਨਾਲ ਤੁਹਾਨੂੰ ਪਾੜ ਦੇਵੇਗਾ, ਪਰ ਉਹਦੇ ਪਾੜੇ ਹੋਏ ਦੀ ਕਿੰਨੀ ਪੀੜਾ ਸਹਿਣ ਕਰਨੀ ਪੈ ਗਈ ਮਹਿਸੂਸ ਕਰਨਾ। ਪਰ ਉਸ ਨਾਲੋਂ ਭਿਆਨਕ ਪੀੜਾ ਹੈ, ਕਹਿੰਦੇ, ਭੈੜੀ ਸੰਗਤ ਦੀ। ਦੂਸਰੀ ਉਦਾਹਰਨ ਦਿੰਦਾ ਹੈ, ਕਹਿੰਦਾ ਜੇ ਕਿਤੇ ਹੱਥ 'ਚ ਬਿਛੂਆ ਫੜੋ, ਡੰਗ ਮਾਰੇਗਾ। ਬਿਛੂਏ ਦਾ ਡੰਗਿਆ ਹੋਇਆ ਮਨੁੱਖ ਕਿਤਨਾ ਤੜਫਦਾ ਹੈ, ਪਰ ਕਹਿੰਦਾ ਉਹਦੇ ਨਾਲੋਂ ਕਿਤੇ ਵਧੇਕ ਤੜਫਦਾ ਹੈ ਭੈੜੀ ਸੰਗਤ ਕਰਨ ਵਾਲਾ। ਕਹਿੰਦਾ ਜੇ ਕਿਤੇ
ਕੰਨ ਵਿੱਚ ਖਜੂਰਾ, ਕੰਨ ਖਜੂਰਾ ਪੈ ਜਾਵੇ ਨਾ, ਤੇ ਕਹਿੰਦੇ ਸਾਰੀ ਰਾਤ ਮਨੁੱਖ ਚੈਨ ਦੀ ਨੀਂਦ ਨਹੀਂ ਸੋ ਸਕਦਾ। ਪਰ ਜਿਹੜਾ ਮਨੁੱਖ ਕਹਿੰਦਾ ਭੈੜੀ ਸੰਗਤ ਕਰਦਾ, ਉਹ ਸਾਰੀ ਜ਼ਿੰਦਗੀ ਚੈਨ ਦੀ ਨੀਂਦ ਨਹੀਂ ਸੋ ਸਕਦਾ, ਬੇਚੈਨ ਰਹਿੰਦਾ ਹੈ। ਕਹਿੰਦੇ ਜੇ ਕਿਤੇ ਆਪਣੀ ਉਂਗਲੀ ਸੱਪ ਦੇ ਮੂੰਹ ਵਿੱਚ ਪਾ ਦਈਏ, ਡੰਗ ਮਾਰੇਗਾ। ਸੱਪ ਦਾ ਜ਼ਹਿਰ ਨਾਲੋਂ ਕਿਤੇ ਭਿਆਨਕ ਜ਼ਹਿਰ ਹੈ ਭੈੜੀ ਸੰਗਤ ਦਾ। ਹੋਰ ਉਦਾਹਰਨ ਦਿੰਦਾ ਹੈ, ਕਹਿੰਦਾ ਜੇ ਕਿਤੇ ਅੱਗ 'ਚ ਸੜ ਜਾਈਏ ਨਾ ਜੀ, ਤੇ ਅੱਗ ਦੇ ਸੜੇ ਹੋਏ ਨੂੰ ਦੇ ਸਰੀਰ ਤੇ ਜਿਸਮ ਦੇ ਉੱਤੇ ਸਾੜ ਪੈਂਦਾ ਹੈ। ਪਰ ਜਿਹੜਾ ਮਨੁੱਖ, ਇਹ ਗੱਲ ਠੀਕ ਹੈ, ਅੱਗ ਦਾ ਸਾੜਿਆ ਹੈ ਉਹਦੇ ਜਿਸਮ ਤੇ ਸਾੜ ਪੈਂਦਾ ਹੈ, ਭੈੜੀ ਸੰਗਤ ਕਰਨ ਵਾਲੇ ਦੇ ਮਨ ਵਿੱਚ, ਅੰਤਸ਼ਕਰਨ ਦੇ ਵਿੱਚ ਸਾੜ ਪੈਂਦਾ ਹੈ। ਕਹਿੰਦਾ ਜੇ ਕਿਤੇ ਪਹਾੜ ਤੋਂ ਡਿੱਗ ਜਾਓ, ਤੁਹਾਡੀਆਂ ਹੱਡੀਆਂ ਚਕਨਾਚੂਰ ਹੋ ਜਾਣਗੀਆਂ, ਪਰ ਜੇ ਭੈੜੀ ਸੰਗਤ ਕਰੋਗੇ ਤੁਹਾਡੀ ਆਤਮਾ ਚਕਨਾਚੂਰ ਹੋ ਜਾਏਗੀ। ਬੜੇ ਪਿਆਰੇ ਬੋਲ ਨੇ, ਕਹਿੰਦਾ ਸਿੰਘਨ ਕੇ ਬਨ ਮੈਂ ਬਸੀਏ ਕਸੀਏ ਕਰ ਮੈਂ ਵਿਸ਼ਵਾ ਗਹਿ ਲੀਜੈ, ਕਾਨ ਖਜੂਰਾ ਪ੍ਰਵੇਸ਼ ਕਰਾਏ ਕੇ ਸਾਂਪ ਕੇ ਮੁਖ ਮੈਂ ਉਂਗਰੀ ਦੀਜੈ, ਗਿਰਤੇ ਗਿਰੀਏ ਅੱਗ ਤੇ ਜਰੀਏ, ਇਤੇ ਤਾਂ ਕਸ਼ਟ ਅਨੰਤ ਸਹੋ ਪਰ ਮੂਰਖ ਮੀਤ ਕੋ ਸੰਗ ਨਾ ਕੀਜੈ। ਕਹਿੰਦੇ ਮੂਰਖ ਨੂੰ ਆਪਣਾ ਮਿੱਤਰ ਨਾ ਬਣਾਇਓ, ਇਹਦੇ ਤੋਂ ਦੂਰੀ ਬਣਾ ਕੇ ਰੱਖਿਓ। ਖਾਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਮਿਲ ਸਾਧ ਸੰਗੇ, ਸਾਧ ਸੰਗਤ ਵਿੱਚ ਮਿਲੋ। ਸਾਧ ਸੰਗਤ ਕਿਹੜੀ? ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਿਖਾੜੀਏ, ਜਿੱਥੇ ਕੇਵਲ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਗੱਲ ਹੋਵੇ, ਉੱਥੇ ਜਾ ਕੇ ਜੁੜਨ ਦਾ ਯਤਨ ਕਰੋ। ਫਿਰ ਕੀ ਹੈ? ਸਤਿਗੁਰੂ ਜੀ ਨਾਮ ਰੰਗੇ, ਨਾਮ ਦਾ ਰੰਗ ਤੁਹਾਡੀ ਆਤਮਾ ਦੇ ਉੱਤੇ ਚੜ ਜਾਏਗਾ। ਲਾ ਰੰਗ ਤਿਸਕੋ ਲੱਗਾ ਜਿਸ ਕੈ ਵੱਡ ਭਾਗਾ ਹੋ ਜਾਵੇਗਾ। ਤੇ ਫਿਰ ਕੀ ਹੈ? ਸਤਿਗੁਰੂ ਜੀ ਕਹਿੰਦੇ ਤਹਾਂ ਪੂਰਨ ਆਸੋ, ਤੁਹਾਡੀਆਂ ਆਸਾਂ ਜਿਹੜੀਆਂ ਉਹ ਪੂਰੀਆਂ ਹੋ ਜਾਣਗੀਆਂ। ਬਿਨਵੰਤ ਨਾਨਕ ਧਾਰ ਕਿਰਪਾ, ਹਰ ਚਰਨ ਕਮਲ ਨਿਵਾਸੋ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਚਨ ਕਰਦੇ ਹਨ, ਬੇਨਤੀ ਨਾਨਕ ਬੇਨਤੀ ਕਰਦਾ ਹੈ ਕੀ ਕਹਿੰਦੇ? ਧਾਰ ਕਿਰਪਾ, ਹੈ ਵਾਹਿਗੁਰੂ ਜੀ, ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੋ, ਸਾਡੇ ਤੇ ਕਿਰਪਾ ਧਾਰੋ। ਕੀ ਹੈ? ਹਰ ਚਰਨ ਕਮਲ ਨਿਵਾਸੋ, ਸਾਨੂੰ ਤੁਹਾਡੇ ਚਰਨਾਂ ਕਮਲਾਂ ਦਾ ਪਿਆਰ ਮਿਲ ਜਾਵੇ। ਯਾਦ ਰੱਖਿਓ, ਦੁਨੀਆ ਦੀਆਂ ਬੜੀਆਂ ਬੜੀਆਂ ਤਾਕਤਾਂ ਪਿੱਛੇ ਮਨੁੱਖ ਕੋਈ ਪਦਾਰਥਾਂ ਪਿੱਛੇ ਦੌੜੇ ਫਿਰਦੇ ਹੋ, ਇਹ ਗੱਲ ਯਾਦ ਰੱਖੋ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਆਪਾਂ ਪੜ੍ਹਦੇ ਨਹੀਂ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਕਿਸੇ ਰਾਜ ਗੱਦੀਆਂ ਦੀ ਲੋੜ ਨਹੀਂ ਜੀ, ਕਿਸੇ ਮੁਕਤੀ ਦੀ ਵੀ ਲੋੜ ਨਹੀਂ। ਕੀ ਚਾਹੋ? ਮਨ ਪ੍ਰੀਤ ਚਰਨ ਕਮਲਾਰੇ, ਸਾਨੂੰ ਤੁਹਾਡੇ ਚਰਨਾਂ ਕਮਲਾਂ ਦਾ ਪਿਆਰ ਬਣ ਜਾਵੇ, ਸਾਡਾ ਨਿਵਾਸ ਤੁਹਾਡੇ ਚਰਨ ਕਮਲਾਂ ਵਿੱਚ ਹੋਵੇ। ਤਹਿ ਆਨੰਦ ਬਿਨੋਦ ਸਦਾ, ਅਨਹਦ ਚੁਣਕਾਰੂ ਰਾਮ। ਤੇ ਫਿਰ ਕੀ ਹੋਏਗਾ? ਅੰਤਸ਼ਕਰਨ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਅੰਦਰ ਆਨੰਦ ਦੇ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ ਹਨ। ਉਹਨਾਂ ਦੇ ਅੰਤਸ਼ਕਰਨ ਦੇ ਵਿੱਚ ਖੇੜਾ ਆ ਜਾਂਦਾ ਹੈ, ਮਨ ਦੇ ਅੰਦਰ ਖੜਾਓ ਪੈਦਾ ਹੋ ਜਾਂਦਾ ਹੈ, ਮਨ ਦੇ ਅੰਦਰ ਖੁਸ਼ੀ ਆ ਜਾਂਦੀ ਹੈ। ਤੇ ਫਿਰ ਕੀ ਹੈ? ਉਹ ਜਿਹੜੇ ਵਾਜੇ ਨੇ ਉਹਨਾਂ ਦੀ ਮਿੱਠੀ ਮਿੱਠੀ ਧੁਨ ਜਿਹੜੀ ਹੈ, ਠੰਡੀ ਠੰਡੀ ਆਵਾਜ਼ ਅੰਤਸ਼ਕਰਨ ਦੇ ਵਿੱਚ ਉਹ ਵੱਜਣੀ ਸ਼ੁਰੂ ਹੋ ਜਾਂਦੀ। ਬਾਹਰ ਦੇ ਆਵਾਜ਼ਾਂ ਨਾਲ ਜਦੋਂ ਅਸੀਂ ਨਾਮ ਜਪ ਜਪ ਕੇ ਆਤਮਾ ਦੇ ਅੰਦਰ ਦੇ ਵਾਜੇ ਜਿਹੜੇ ਬੰਦ ਪਏ ਸੀ ਉਹ ਵੱਜਣੇ ਸ਼ੁਰੂ ਹੋ ਗਏ, ਉਹਨਾਂ ਦੀ ਆਵਾਜ਼ ਆਉਣੀ ਸਟਾਰਟ ਹੋ ਜਾਂਦੀ ਹੈ। ਮਿਲ ਗਾਵਹਿ ਸੰਤ ਜਨਾ, ਪ੍ਰਭ ਕਾ ਜੈਕਾਰੂ ਰਾਮ। ਸਤਿਪੁਰਸ਼ਾਂ ਦੇ ਨਾਲ ਮਿਲ ਕਰਕੇ ਜਿਹੜੀਆਂ ਰੱਬ ਰੰਗੀਆਂ ਆਤਮਾਵਾਂ ਨੇ, ਜਿਹੜੇ ਸੰਤ ਮਹਾਂਪੁਰਸ਼ ਨੇ, ਇੱਕ ਗੱਲ ਯਾਦ ਰੱਖਿਓ ਕਿ ਉਹ ਕਿਹੜੇ ਨੇ? ਜੀਹੋਂ ਨਿਰਮਲ ਬਾਹਰੋਂ ਨਿਰਮਲ। ਉਹਨਾਂ ਦੀ ਗੱਲ ਜੇ ਇਹ ਨਹੀਂ ਕਿ ਕੋਈ ਬਾਹਰੋਂ ਕੋਈ ਚੋਲਾ ਦਿਖਾਵਾ ਨਹੀਂ, ਦਿਖਾਵੇ ਵਾਲੀ ਗੱਲ ਨਹੀਂ। ਉੱਥੇ ਗੱਲ ਹੈ ਜੀਹੋਂ ਨਿਰਮਲ ਬਾਹਰੋਂ ਨਿਰਮਲ। ਉਹ ਨੇ ਸਤਿਪੁਰਸ਼, ਉਹਨਾਂ ਦੀ ਸੰਗਤ ਵਿੱਚ ਜੇ ਜਾਓਗੇ ਤੇ ਫਿਰ ਕੀ ਹੈ? ਉਸ ਪ੍ਰਭੂ ਪਰਮਾਤਮਾ ਦਾ ਜੈਕਾਰ ਕਰੋਗੇ। ਮਿਲ ਸੰਤ ਗਾਵੈ ਖਸਮ ਭਾਵਹਿ, ਹਰ ਪ੍ਰੇਮ ਰਸ ਰੰਗ ਭਿੰਨੀਆਂ। ਜਿਨ੍ਹਾਂ ਨੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਉਹਨੂੰ ਗਾਇਆ ਤੇ ਉਹ ਪਰਮਾਤਮਾ ਨੂੰ ਭਾ ਗਏ ਤੇ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰੇਮ ਦਾ ਰੰਗ ਜਿਹੜਾ ਸੀ ਉਹ ਚੜ ਗਿਆ। ਹਰ ਲਾਭ ਪਾਇਆ ਆਪ ਮਿਟਾਇਆ, ਮਿਲੇ ਚਿਰੀ ਵਿਸ਼ੁੰਨਿਆ। ਉਹ ਜਿਹੜਾ ਰਸ ਅੰਦਰ ਪ੍ਰਾਪਤ ਹੋਇਆ ਨਾ ਜੀ, ਕਹਿੰਦੇ ਸਤਿਗੁਰੂ ਜੀ ਕਹਿੰਦੇ ਕਿ ਲਾਭ ਪ੍ਰਾਪਤ ਹੋਇਆ, ਖੱਟੀ ਖੱਟੀ। ਆਪਾਂ ਕਹਿੰਦੇ ਲਾਭ ਹੋਣਾ ਚਾਹੀਦਾ ਹੈ। ਲਾਭ ਪਾਇਆ, ਕਾਹਦਾ ਲਾਭ ਪਾਇਆ? ਹਰ ਸਤਿਗੁਰੂ ਜੀ ਕਹਿੰਦੇ ਆਪ ਮਿਟਾਇਆ। ਜਿਹੜਾ ਅੰਦਰ ਹਉਮੈ ਸੀ, ਈਗੋ ਸੀ, ਹੰਕਾਰ ਸੀ,
ਉਹ ਸਾਰਾ ਕੁਝ ਖਤਮ ਕਰ ਦਿੱਤਾ ਵੀ ਮੈਂ ਤੇ ਕੁਛ ਵੀ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਪਤਾ ਲੱਗ ਗਿਆ ਕਿ ਨਾ ਮੇਰਾ ਮਨ ਹੈ ਨਾ ਮੇਰਾ ਤਨ ਹੈ, ਤੇ ਸਾਰਾ ਕੁਝ ਦੇਣ ਵਾਲਾ ਕਰਤਾ ਕੋਈ ਹੋਰ ਹੈ। ਕਿਉਂਕਿ ਉਹਦੇ ਨਾਲ ਜੁੜਨ ਨਾਲ ਇਹ ਅੰਦਰ ਸੱਤ ਪੁਰਸ਼ਾਂ ਦੀ ਸੰਗਤ ਵਿੱਚੋਂ ਇਹ ਚੀਜ਼ ਨਸੀਬ ਹੋਈ, ਇਹ ਲਾਹਾ ਖੱਟਿਆ ਕਿ ਅੰਦਰੋਂ ਹਉਮੈ ਅੰਦਰੋਂ ਮੈਂ ਮੇਰੀ ਜਿਹੜੀ ਸੀ ਉਹ ਸਤਿਗੁਰੂ ਜੀ ਕਹਿੰਦੇ ਮਿਟ ਗਈ, ਤੇ ਜਿਹੜੇ ਬੜੇ ਚਿਰਾਂ ਦੇ ਵਿਛੜੇ ਸੀ ਉਹਨਾਂ ਦਾ ਮਿਲਾਪ ਹੋਇਆ। ਕਿਉਂ? ਸਤਿਗੁਰੂ ਜੀ ਦੀ ਆਪਾਂ ਬਾਣੀ ਪੜ੍ਹਦੇ ਨਾ, ਜਦੋਂ ਭਾਈ ਸਾਹਿਬ ਜੀ ਹੁਕਮਨਾਮਾ ਕਈ ਵਾਰ ਲੈਂਦੇ, ਕਹਿੰਦੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨ ਆਏ ਜੀ। ਉਹ ਦੂਰੋਂ ਕਿੱਥੋਂ ਜੋ ਚੱਲ ਕੇ ਆਏ? ਕੋਈ ਕਹਿੰਦਾ ਜੀ ਮੇਰਾ ਤੇ ਘਰ ਗੁਰਦੁਆਰੇ ਨਾ ਕੰਧ ਸਾਜੀ, ਮੈਂ ਥੋੜੀ ਦੂਰੋਂ ਆਇਆ। ਤੇ ਭਾਈ ਦੇ ਨਿਆਣੇ ਕਹਿਣਗੇ ਅਸੀਂ ਤੇ ਰਹਿੰਦੇ ਹੀ ਗੁਰਦੁਆਰੇ, ਅਸੀਂ ਥੋੜੀ ਦੂਰੋਂ ਆਏ ਹਾਂ। ਦੂਰੋਂ ਕਿੱਥੋਂ ਜੋ ਚੱਲ ਕੇ ਆਏ ਆ? ਸਤਿਗੁਰੂ ਜੀ ਦੀ ਬਾਣੀ ਦੱਸਦੀ ਹੈ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾਲ ਇਹ ਦੇਹ ਸੰਜਰੀਆ। ਐ ਵਿੰਗੀਆਂ ਟੇਢੀਆਂ 84 ਲੱਖ ਜੂਨਾਂ ਵਿੱਚ ਦੀ ਲੰਘਦਾ ਲੰਘਦਾ ਮਨੁੱਖਾ ਦੇਹੀ ਤੱਕ ਪਹੁੰਚੇ। ਇਹੋ ਇੱਕੋ ਇੱਕ ਸਮਾਂ ਹੈ, ਤੇਰੇ ਕੋ ਗੋਲਡ ਪੀਰੀਅਡ ਹੈ, ਆਤਮਾ ਨੇ ਪਰਮਾਤਮਾ ਵਿੱਚ ਲੀਨ ਹੋਣਾ ਹੈ। ਸਤਿਗੁਰੂ ਜੀ ਕਹਿੰਦੇ ਸੱਤ ਪੁਰਸ਼ਾਂ ਦੀ ਸੰਗਤ ਨਾਲ ਫਿਰ ਕੀ ਹੋਇਆ? ਲਾਭ ਕੀ? ਅੰਦਰੋਂ ਆਪਾਂ ਭਾਵ ਮਿਟ ਗਿਆ ਤੇ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ। ਗਹਿ ਭੁਜਾ ਲੀਨੇ ਦਇਆ ਕੀਨੇ, ਪ੍ਰਭ ਏਕ ਆਗਮ ਅਪਾਰੋ। ਉਸ ਅਕਾਲ ਪੁਰਖ ਵਾਹਿਗੁਰੂ ਨੇ ਦਇਆ ਕੀਤੀ। ਕਿਸ ਨੇ? ਜਿਹੜਾ ਇੱਕ ਓੰਕਾਰ ਹੈ, ਜਿਹੜਾ ਨਿਰਭਉ ਤੇ ਨਿਰਵੈਰ ਹੈ, ਜਿਹੜਾ ਜੰਮਦਾ ਤੇ ਮਰਦਾ ਨਹੀਂ ਹੈ। ਉਹਨੇ ਕਿਰਪਾ ਕੀਤੀ, ਉਹਨੇ ਦਇਆ ਕੀਤੀ। ਉਹਦੀ ਦਇਆ ਤੋਂ ਬਿਨਾਂ ਗੱਲ ਨਹੀਂ, ਉਹਦੀ ਕਿਰਪਾ ਤੋਂ ਗੱਲ ਨਹੀਂ, ਆਪਣੀ ਕੋਸ਼ਿਸ਼ ਨਾਲ ਨਹੀਂ, ਉਹਦੀ ਕਿਰਪਾ ਨਾਲ, ਉਹਦੀ ਦਇਆ ਨਾਲ। ਉਹਨੇ ਦਇਆ ਕੀ ਕੀਤੀ? ਬਾਂਹ ਫੜ ਕੇ ਆਪਣੇ ਨਾਲ ਜੋੜ ਲਿਆ। ਬਾਂਹ ਫੜ ਲਈ, ਬਾਂਹ ਫੜ ਕੇ ਆਪਣੇ ਨਾਲ ਜੋੜ ਲਿਆ। ਬਿਨਵੰਤ ਨਾਨਕ ਸਦਾ ਨਿਰਮਲ, ਸੱਚ ਸ਼ਬਦ ਰੋਣ ਝੁਣਕਾਰੂ। ਸਤਿਗੁਰੂ ਜੀ ਕਹਿੰਦੇ ਐ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਾਨਕ ਬੇਨਤੀ ਕਰਦਾ ਹੈ। ਕੀ ਬੇਨਤੀ ਕਰਦਾ ਹੈ? ਸਦਾ ਨਿਰਮਲ, ਅੰਤਸ਼ਕਰਨ ਵਿੱਚੋਂ ਉਹ ਹਮੇਸ਼ਾ ਨਿਰਮਲ ਹੋ ਜਾਂਦੇ ਹਨ। ਤੇ ਸਤਿਗੁਰੂ ਸੱਚੇ ਬਾਈ ਅੰਦਰ ਗੁਰੂ ਦੇ ਸ਼ਬਦ ਦਾ ਮਿੱਠੀ ਮਿੱਠੀ ਜਿਹੜੀ ਰੌਂ ਹੈ ਉਹ ਚੱਲ ਪੈਂਦੀ ਹੈ। ਸੁਣ ਵਡ ਭਾਗੀਆ ਹਰਿ ਅੰਮ੍ਰਿਤ ਬਾਣੀ RAM। ਵੱਡਿਆਂ ਭਾਗਾਂ ਵਾਲਿਆ, ਇਹ ਸੁਣਨਾ ਕਰ, ਉਸ ਅਕਾਲ ਪੁਰਖ ਵਾਹਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਸਰਵਣ ਕਰਨਾ ਕਰ। ਜਿਨ ਕੋ ਕਰਮ ਲਿਖੀ ਤਿਸ ਹਿਰਦਾ ਸਮਾਣੀ RAM। ਇਹ ਗੱਲ ਯਾਦ ਰੱਖੀ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖੀ ਹੈ ਨਾ, ਜਿਨ੍ਹਾਂ ਨੂੰ ਇਹ ਵਾਹਿਗੁਰੂ ਵੱਲੋਂ ਬਖਸ਼ਿਸ਼ ਹੋਈ ਹੈ, ਲਿਖੀ ਪ੍ਰਾਪਤ ਹੋਈ ਹੈ, ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਮਝਾਉਂਦੇ ਆ, ਉਹਨਾਂ ਦੇ ਹਿਰਦੇ ਵਿੱਚ ਆ ਕੇ ਇਹ ਵਸਦੀ ਟਿਕਦੀ ਹੈ। ਅਕਥ ਕਹਾਣੀ ਤਿਣੀ ਜਾਣੀ, ਜਿਸ ਆਪ ਪ੍ਰਭ ਕਿਰਪਾ ਕਰੀ। ਸੋ ਇਹ ਨਾ ਕਥੀ ਜਾਣ ਵਾਲੀ, ਨਾ ਬਿਆਨ ਉਹਨਾਂ ਪੁਰਸ਼ਾਂ ਦੀ ਜਿਹੜੇ ਉਹਦੇ ਨਾਲ ਜੁੜ ਗਏ, ਜਿਨ੍ਹਾਂ ਦੇ ਅੰਦਰ ਵਾਜੇ ਵੱਜ ਪਏ, ਉਹਨਾਂ ਦੇ ਬਾਰੇ ਫਿਰ ਉਹਨਾਂ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਕੀ ਹੈ? ਜਿਸ ਆਪ ਪ੍ਰਭ ਕਿਰਪਾ ਕਰੇ, ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਆਪ ਮਿਹਰਬਾਨ ਹੋ ਜਾਵੇ, ਆਪ ਕਿਰਪਾ ਕਰ ਦੇਵੇ, ਫਿਰ ਉਹਨਾਂ ਬਾਰੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਅਮਰ ਥੀਆ ਫਿਰ ਨਾ ਮੂਆ, ਕਲ ਕਲੇਸਾ ਦੁਖ ਹਰੀ। ਸਤਿਗੁਰੂ ਜੀ ਕਹਿੰਦੇ ਆ ਕਿ ਉਹ ਮਿਰਤੂ ਤੋਂ ਰਹਿਤ ਹੋ ਗਿਆ। ਅਮਰ ਥੀਆ ਫਿਰ ਨਾ ਮੂਆ, ਫਿਰ ਉਹਦਾ ਜੰਮਣ ਮਰਨਾ ਮੁੱਕ ਗਿਆ, ਤੇ ਫਿਰ ਉਹ ਕਾਲ ਦੇ ਵਸ ਨਹੀਂ ਪਿਆ। ਉਹਦੇ ਜਿਹੜੇ ਦੁੱਖ ਤੇ ਕਲੇਸ਼ ਸੀਗੇ ਉਹ ਸਾਰੇ ਨਸ ਗਏ, ਸਾਰੇ ਹਰ ਗਏ। ਹਰ ਸਰਨ ਪਾਈ ਤਜ ਨਾ ਜਾਈ, ਪ੍ਰਭ ਪ੍ਰੀਤ ਮਨ ਤਨ ਭਾਣੀ। ਪ੍ਰਮਾਤਮਾ ਦੀ ਸ਼ਰਨ ਪ੍ਰਾਪਤ ਹੋਈ ਤੇ ਫਿਰ ਉਹਨਾਂ ਨੂੰ ਕਦੀ ਉਹਨਾਂ ਤੋਂ ਗਵਾਚੀ ਨਹੀਂ। ਜਿਨ੍ਹਾਂ ਨੂੰ ਇੱਕ ਵਾਰ ਰੱਬ ਦੀ ਸ਼ਰਨ ਪ੍ਰਾਪਤ ਹੋ ਜਾਵੇ, ਆਤਮਾ ਪਰਮਾਤਮਾ ਨਾਲ ਲੀਨ ਹੋ ਜਾਵੇ, ਫਿਰ ਉਹ ਕਦੀ ਅੰਦਰੋਂ ਗਵਾਚਦੀ ਨਹੀਂ ਹੈ। ਸਤਿਗੁਰੂ ਜੀ ਕੀ ਕਹਿੰਦੇ ਨੇ? ਕਹਿੰਦੇ ਪ੍ਰਭ ਪ੍ਰੀਤ ਮਨ ਤਨ ਭਾਣੀ। ਤੇ ਮਨ ਦੇ ਅੰਦਰ ਉਹਦੀ ਪ੍ਰੀਤ ਪ੍ਰੇਮ, ਤੇ ਤਨ ਦੇ ਅੰਦਰ ਉਹ ਪ੍ਰੇਮ ਬਣ ਜਾਂਦਾ ਹੈ। ਬਿਨਵੰਤ ਨਾਨਕ ਸਦਾ ਗਾਈਆ, ਪਵਿੱਤਰ ਅੰਮ੍ਰਿਤ ਬਾਣੀ। ਨਾਨਕ ਬੇਨਤੀ ਕਰਦਾ ਹੈ, ਸਦਾ ਗਾਈਏ, ਹਮੇਸ਼ਾ ਹਮੇਸ਼ਾ ਗਾਈਏ। ਕੀ ਗਾਈਏ ਜੀ? ਪਵਿੱਤਰ, ਜਿਹੜੀ ਮੈਲ ਰਹਿਤ ਹੈ ਅੰਮ੍ਰਿਤ ਬਾਣੀ, ਜਿਹੜੀ ਧੁਰ ਕੀ ਬਾਣੀ ਆਈ
ਤਿਨ ਸਗਲੀ ਚਿੰਤ ਮਟਾਈ। ਇਹਨੂੰ ਹਮੇਸ਼ਾ ਗਾਉਣਾ ਕਰੀਏ। ਮਨ ਤਨ ਗਲਤ ਭਏ ਕਿਛ ਕਹਿਣ ਨਾ ਜਾਈ RAM। ਮਨ ਤੇ ਤਨ ਦੋਵੇਂ ਉਹਦੇ ਵਿੱਚ ਲੀਨ ਹੋ ਗਏ, ਉਹਦੇ ਵਿੱਚ ਉਹਦਾ ਰੂਪ ਹੋ ਗਏ, ਗਲਤਾਨ ਹੋ ਗਏ ਉਹਦੇ ਵਿੱਚ। ਭੈ ਕਿਛ ਕਹਿਣ ਨਾ ਜਾਈ RAM, ਤੇ ਉਹਨਾਂ ਬਾਰੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜੇ ਉਹਦੇ ਵਿੱਚ ਲੀਨ ਹੋ ਜਾਂਦੇ ਹਨ। ਜਿਸ ਤੇ ਉਪਜੇੜਾ ਤਿਨ ਲਿਆ ਸਮਾਈ RAM। ਜਿਨ੍ਹਾਂ ਦੇ ਜਿੱਥੋਂ ਅਸੀਂ ਪੈਦਾ ਹੋਏ, ਸਾਡੀ ਆਤਮਾ ਪਰਮਾਤਮਾ ਦੀ ਅੰਸ਼ ਆ ਜੀ, ਤੇ ਅਸੀਂ ਆਤਮਾ ਜਿਹੜੀ ਹੈ ਪਰਮਾਤਮਾ ਵਿੱਚੋਂ ਹੀ ਵੱਖ ਹੋਈ ਨਾ, ਪਰਮਾਤਮਾ ਦਾ ਹੀ ਇੱਕ ਹਿੱਸਾ ਹੋਈ ਨਾ, ਤੇ ਇਹ ਆਤਮਾ ਫਿਰ ਨਾਮ ਜਪ ਕੇ ਪਰਮਾਤਮਾ ਵਿੱਚ ਲੀਨ ਹੋ ਗਈ। ਜਿਵੇਂ ਪਾਣੀ ਦੀ ਬੂੰਦ ਦਾ ਓਨੀ ਦੇਰ ਤੱਕ ਸਫ਼ਰ ਚੱਲਦਾ ਹੈ ਜਿੰਨੀ ਦੇਰ ਤੱਕ ਉਹ ਆਪਣੇ ਅਸਲੇ ਨਾਲ ਸਮੁੰਦਰ ਨਾਲ ਮਿਲ ਨਾ ਜਾਵੇ, ਸਾਡੀ ਆਤਮਾ ਦਾ ਓਨੀ ਦੇਰ ਤੱਕ ਸਫ਼ਰ ਚੱਲ ਜਾਂਦਾ ਹੈ ਜਿੰਨੀ ਦੇਰ ਤੱਕ ਪਰਮਾਤਮਾ ਵਿੱਚ ਲੀਨ ਨਾ ਹੋ ਜਾਵੇ। ਸਤਿਗੁਰੂ ਜੀ ਕੀ ਕਹਿੰਦੇ ਆ? ਕਹਿੰਦੇ ਕਿ ਇਹ ਆਤਮਾ ਪਰਮਾਤਮਾ ਵਿੱਚ ਫਿਰ ਲੀਨ ਹੋ ਗਈ। ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ। ਕੀ ਹੋਇਆ ਕਿ ਜਿਹੜੀ ਬ੍ਰਹਮ ਦੀ ਜੋਤ ਸੀ, ਪਰਮਾਤਮਾ ਦੀ ਜਿਹੜੀ ਜੋਤ ਸੀ, ਉਹਦੇ ਵਿੱਚ ਹੀ ਪਰਮਾਤਮਾ ਦੀ ਜੋਤ ਦੇ ਨਾਲ ਲਿਪਟ ਗਈ, ਇੱਕਮਿਕ ਹੋ ਗਈ। ਤੇ ਜਿਵੇਂ ਪਾਣੀ ਦੇ ਵਿੱਚ ਪਾਣੀ ਕਿਵੇਂ ਹੋ ਗਈ? ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ। ਜਲ ਥਲ ਮਹੀਲ ਏਕ ਰਵਿਆ ਨਹਿ ਦੂਜਾ ਦ੍ਰਿਸ਼ਟਾਇਆ। ਧਰਤੀ ਉੱਤੇ ਪਾਣੀ ਵਿੱਚ ਵੀ, ਧਰਤੀ ਦੇ ਵਿੱਚ ਵੀ, ਤੇ ਜ਼ਮੀਨ ਵਿੱਚ ਵੀ, ਧਰਤੀ ਦੇ ਉੱਤੇ ਵੀ, ਹਰ ਥਾਂ ਤੇ ਉਹ ਪਰਮਾਤਮਾ ਜਿਹੜਾ ਹੈ ਉਹ ਰਵਿਆ ਹੋਇਆ ਹੈ। ਬਾਨ ਤ੍ਰਿਣ ਤ੍ਰਿਭਵਨ ਪੂਰਨ ਕੀਮਤ ਕਹਿਨ ਨ ਜਾਈ। ਉਹ ਜੰਗਲਾਂ ਵਿੱਚ, ਘਾਹ ਫੂਸ ਵਿੱਚ, ਹਰ ਥਾਂ ਤੇ ਉਹ ਪਰਮਾਤਮਾ ਪੂਰਿਆ ਹੋਇਆ, ਪਰਿਪੂਰਨ ਪਰਮਾਤਮਾ ਰਮਿਆ ਹੈ, ਜਿਸ ਦੀ ਕੀਮਤ ਜਿਹੜੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ। ਨਾਨਕ ਬੇਨਤੀ ਕਰਦਾ ਹੈ, ਕਿਉਂਕਿ ਮੈਂ ਥੋੜਾ ਜਿਹਾ ਅਰਥਾਂ ਦੀ ਕਾਹਲੀ ਤਾਂ ਕੀਤੀ ਸੰਗਤ ਜੀ, ਦਿਲ ਤੇ ਕਰਦਾ ਸੀ ਕੱਲੀ ਕੱਲੀ ਪੰਕਤੀ ਤੇ ਟਾਈਮ ਲਾਈਏ, ਲੇਕਿਨ ਅੱਜ ਸ਼ਹੀਦੀ ਪਰੰਪਰਾ ਦੇ ਮੀਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਜੋ ਪ੍ਰਕਾਸ਼ ਪੁਰਬ ਹੈ, ਉਸ ਦੇ ਸੰਬੰਧ ਵਿੱਚ ਉਹਨਾਂ ਦਾ ਹੀ ਇਹ ਪਾਵਨ ਪਵਿੱਤਰ ਹੁਕਮਨਾਮਾ ਆਇਆ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜੋ ਪ੍ਰਕਾਸ਼ ਹੋਇਆ, ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਵਿੱਚ, ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਵੈਸਾਖਵਦੀ 7 ਨੂੰ ਜੋ 1563 ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਚਪਨ ਵਿੱਚ, ਬਾਲ ਅਵਸਥਾ ਵਿੱਚ ਹੀ, ਜਿਨ੍ਹਾਂ ਨੂੰ ਭੱਟ ਸਾਹਿਬਾਨ ਦਾ ਆਪਾਂ ਹੁਣੇ ਪੜ੍ਹਿਆ ਹੈ, ਸਰਵਣ ਕੀਤਾ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜਨਮ ਤੋਂ ਹੀ ਪਰਮਾਤਮਾ ਦੀ, ਬ੍ਰਹਮ ਦੀ ਪਹਿਚਾਣ ਕਰ ਲਈ। ਧੰਨ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਜੀ ਦੀ, ਨਾਨਾ ਗੁਰੂ ਜੀ ਦੀ, ਉਹਨਾਂ ਨੂੰ ਗੋਦੀ ਨਸੀਬ ਹੋਈ 11 ਸਾਲ। ਤੇ ਧੰਨ ਗੁਰੂ ਅਮਰਦਾਸ ਮਹਾਰਾਜਾਂ ਜੀਆਂ ਦੇ ਬਚਨ ਆਪਾਂ ਨੂੰ ਅਕਸਰ ਇਤਿਹਾਸ ਵਿੱਚ ਪੜ੍ਹਨ ਨੂੰ ਮਿਲ ਜਾਂਦੇ ਹੈ, ਜਿਹਦੇ ਵਿੱਚ ਇਹ ਵੀ ਭਾਰੀ ਪੁਰਖ ਵੀ ਕਿਹਾ ਹੈ, ਇਹ ਵੀ ਕਿਹਾ ਹੈ ਕਿ ਭਾਈ ਧੰਨ ਦੋਹੇ ਥਾ ਬਾਣੀ ਕਾ ਬੋਹੇ ਥਾ, ਬਾਣੀ ਦਾ ਬੋਹੇ ਥਾ ਵੀ ਕਿਹਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੀ ਜਿਹੜੀ ਪਾਵਨ ਪਵਿੱਤਰ ਬਾਣੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਸਭ ਤੋਂ ਜ਼ਿਆਦਾ ਬਾਣੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੀ ਹੈ, ਜਿਹਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੇ ਜੀਵਨ ਦੇ ਸੰਬੰਧ ਵਿੱਚ ਹਰ ਵਿਸ਼ੇ ਦੇ ਉੱਤੇ ਸਾਨੂੰ ਬੜੀ ਚੰਗੀ ਤਰ੍ਹਾਂ ਖੋਲ੍ਹ ਕੇ ਚਾਨਣਾ ਪਾਇਆ ਹੈ। ਤੇ ਇੱਕ ਗੱਲ ਹੋਰ ਸੰਗਤ ਜੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ 2 ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੈ, ਜਿੱਥੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਬਾਣੀ ਦਾ ਉਚਾਰਨ ਕੀਤਾ, ਜਿੱਥੇ ਬਾਣੀ ਦਾ ਉਚਾਰਨ ਕੀਤਾ। ਦੋਨਾਂ ਹੀ ਅਸਥਾਨਾਂ ਦਾ ਨਾਂ ਗੁਰਦੁਆਰਾ ਮੰਜੀ ਸਾਹਿਬ ਹੈ। ਦੋਨਾਂ ਹੀ ਅਸਥਾਨਾਂ ਦਾ ਨਾਂ ਗੁਰਦੁਆਰਾ ਮੰਜੀ ਸਾਹਿਬ ਹੈ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਇੱਥੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ 12 ਮਾਹ ਦੀ ਬਾਣੀ ਉਚਾਰਨ ਕੀਤੀ। ਤੇ ਜਿਹੜਾ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਰਾਮਸਰ ਸਾਹਿਬ ਦੇ ਸਰੋਵਰ ਦੇ ਕਿਨਾਰੇ ਤੇ ਹੈ, ਛੋਟਾ ਗੁਰਦੁਆਰਾ, ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਿਲਕੁਲ ਨਜ਼ਦੀਕ, ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਜੀ ਦੇ ਬਿਲਕੁਲ ਨਜ਼ਦੀਕ,
ਉੱਥੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਉਚਾਰਨ ਕੀਤੀ। ਸੋ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜਿਨ੍ਹਾਂ ਦੇ ਸੰਬੰਧ ਵਿੱਚ ਆਪਾਂ ਨੂੰ ਇਹ ਬਚਪਨ ਵਿੱਚ ਤਾਂ ਮਿਲਦਾ ਹੈ, ਲੇਕਿਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਇੱਕ ਹੋਰ ਆਪਣੇ ਮਾਪਿਆਂ ਦੇ ਜੇ ਕੋਈ ਆਗਿਆਕਾਰੀ ਪੁੱਤਰ ਦੇਖਣਾ ਹੋਵੇ ਤੇ ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ। ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਾਏ ਦੇ ਪੁੱਤਰ ਨਾ ਜੀ ਸਿਹਾਰੀ ਮੱਲ ਦਾ ਵਿਆਹ ਸੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਬਾਬਾ ਆਪਣੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਵੱਡੇ ਭਰਾਤਾ ਸਾਹਿਬਜ਼ਾਦਾ ਬਾਬਾ ਪ੍ਰਿਥੀ ਚੰਦ ਜੀ ਤਿਨਾਂ ਨੂੰ ਕਿਹਾ ਤੇ ਉਹਨਾਂ ਨੇ ਵੀ ਇਨਕਾਰ ਕਰ ਦਿੱਤੀ। ਫਿਰ ਮਹਾਦੇਵ ਜੀ ਸ੍ਰੀ ਮਹਾਦੇਵ ਜੀ ਨੂੰ ਕਿਹਾ, ਉਹਨਾਂ ਨੇ ਵੀ ਇਨਕਾਰ ਕਰ ਦਿੱਤੀ। ਤੇ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਕਿਹਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਿਆਹ ਤੇ ਜਾਣ ਵਾਸਤੇ ਕਿਹਾ, ਉਸ ਵਕਤ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਪਿਤਾ ਗੁਰੂ ਜੀਓ ਇਹ ਤੇ ਖੁਸ਼ੀ ਦਾ ਮੌਕਾ ਹੈ, ਇਹ ਤੇ ਆਨੰਦ ਮੰਗਲ ਦਾ ਮੌਕਾ ਹੈ, ਵਿਆਹ ਦਾ ਮੌਕਾ ਹੈ, ਇੱਥੇ ਆਪ ਜੀ ਭੇਜ ਰਹੇ ਹੋ, ਇੱਥੇ ਤਾਂ ਕੀ ਜੇ ਆਪ ਜੀ ਸਿਰ ਦੇਣ ਵੀ ਭੇਜੋਗੇ ਅਸੀਂ ਤਾਂ ਵੀ ਜਾਵਾਂਗੇ, ਆਪ ਜੀ ਦਾ ਹੁਕਮ ਅਸੀਂ ਤਾਂ ਵੀ ਮੰਨਾਂਗੇ, ਜੇ ਤੁਸੀਂ ਕਹੋ ਕਿਤੇ ਸਿਰ ਦੇ ਕੇ ਆਉਣਾ ਹੈ ਨਾ ਤੇ ਅਸੀਂ ਤਾਂ ਵੀ ਆਪ ਜੀ ਦਾ ਇਹ ਬਚਨ ਮੰਨਾਂਗੇ। ਇਹ ਵੇਖੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਸ ਵਕਤ ਹੀ ਵਿਆਹ ਤੇ ਚਲੇ ਜਾਂਦੇ ਤੇ ਉੱਥੇ ਫਿਰ ਇੱਕ ਬੇਬਲਤਾ ਜਿਹੜੀਆਂ ਚਿੱਠੀਆਂ ਲਿਖਦੇ ਨੇ ਆਪਣੇ ਪਿਤਾ ਗੁਰੂ ਜੀ ਨੂੰ ਕਿ ਮੇਰਾ ਮਨ ਲੋਚਾ ਹੈ ਗੁਰ ਦਰਸ਼ਨ ਤਾਈ ਬਿਲਪ ਕਰੈ ਚਾਤੁਰ ਨਿਆਈ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਜੀ ਇੱਕ ਬਬੀਹੇ ਦੀ ਫੋਟੋ ਬਣਾ ਕੇ ਚਿੱਠੀ ਦੇ ਵਿੱਚ ਭੇਜੀ ਕਿ ਜਿਵੇਂ ਬਬੀਹਾ ਸਵਾਂਤੀ ਬੂੰਦ ਨੂੰ ਤਰਸਦਾ ਹੈ ਇਸੇ ਤਰ੍ਹਾਂ ਅਸੀਂ ਤੁਹਾਡੇ ਦਰਸ਼ਨਾਂ ਨੂੰ ਤਰਸਦੇ ਹਾਂ, ਕਿਰਪਾ ਕਰੋ ਸਾਨੂੰ ਦਰਸ਼ਨ ਨਸੀਬ ਹੋ ਜਾਣ। ਭਾਵੇਂ ਉਹ ਦੋ ਚਿੱਠੀਆਂ ਜਿਹੜੀਆਂ ਸੀ ਪ੍ਰਿਥੀ ਚੰਦ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੱਕ ਪਹੁੰਚਣ ਨਾ ਦਿੱਤੀਆਂ, ਤੀਜੀ ਚਿੱਠੀ ਤੋਂ ਪਤਾ ਲੱਗਾ। ਸੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮ ਸੀ ਜਿੰਨੀ ਦੇਰ ਤੱਕ ਬੁਲਾਈਏ ਨਾ ਉਨੀ ਦੇਰ ਤੱਕ ਆਉਣਾ ਨਹੀਂ ਹੈ। ਸੋ ਫਿਰ ਬੁਲਾਵਾ ਭੇਜਿਆ ਗਿਆ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬੁਲਾਇਆ ਗਿਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਵਿੱਚ ਜਿੱਥੇ ਗੁਰਬਾਣੀ ਉਚਾਰਨ ਕੀਤੀ ਨਾ ਜੀ ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸੰਕਲਿਤ ਕੀਤਾ, ਇਕੱਠਿਆਂ ਕੀਤਾ, ਸੰਪਾਦਨਾ ਕੀਤੀ, ਜਿਹੜੇ ਵੱਖ-ਵੱਖ ਜਾਤਾਂ ਪਾਤਾਂ ਦਾ ਭੇਦ ਭਾਵ ਜਿਹੜਾ ਉਹ ਖਤਮ ਕੀਤਾ। ਸ੍ਰੀ ਅੰਮ੍ਰਿਤਸਰ ਦੇ ਸਰੋਵਰ ਦੀ ਜਿਹੜੀ ਗੱਲ ਹੈ ਉਹਨੂੰ ਸੰਪੂਰਨ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਸ ਧਰਤੀ ਦੇ ਉੱਤੇ ਐਸੀ ਸਾਨੂੰ ਸ਼ਕਤੀ ਐਸੀ ਉਹ ਸੋਮਾ ਬਖਸ਼ਿਆ ਜਿੱਥੇ ਆ ਕੇ ਹਰ ਕੋਈ ਆਪਣੀਆਂ ਝੋਲੀਆਂ ਭਰ ਕੇ ਜਾਂਦਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਰਗਾ ਸ਼ਿਲਪਕਾਰ ਵੀ ਕੋਈ ਨਹੀਂ ਆਪਾਂ ਕਹਿ ਸਕਦੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਰਗਾ ਇੰਜੀਨੀਅਰ ਵੀ ਕੋਈ ਨਹੀਂ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਰਗਾ ਦੂਰ ਅੰਦੇਸ਼ ਵੀ ਕੋਈ ਨਹੀਂ, ਜਿਨ੍ਹਾਂ ਨੇ ਵੱਖ-ਵੱਖ ਸਿੱਖਿਆਵਾਂ ਭਾਵੇਂ ਆਪਣੀ ਮਾਤ ਭਾਸ਼ਾ ਦੀ ਜਿਹੜੀ ਸਿੱਖਿਆ ਸੀ ਨਾ ਜੀ ਉਹਨਾਂ ਨੇ ਆਪਣੇ ਨਾਨਾ ਗੁਰੂ ਜੀ ਤੋਂ ਹੀ ਪ੍ਰਾਪਤ ਕਰ ਲਈ ਸੀ। ਅੱਜ ਮੈਂ ਇੱਥੇ ਇੱਕ ਗੱਲ ਰੋਕ ਕੇ ਜ਼ਰੂਰ ਕਹਿਣੀ ਚਾਹਾਂਗਾ, ਅਸੀਂ ਆਪਣੇ ਬੱਚਿਆਂ ਨੂੰ ਡਾਕਟਰ ਇੰਜੀਨੀਅਰ ਸਾਇੰਟਿਸਟ ਤਾਂ ਬਣਾ ਦਿੱਤਾ, ਵੱਡੀਆਂ ਵੱਡੀਆਂ ਡਿਗਰੀਆਂ ਕਰਾ ਦਿੱਤੀਆਂ, ਬੜੇ ਬੜੇ ਗ੍ਰੰਥ ਪੜ੍ਹਾ ਦਿੱਤੇ ਕਿ ਲੇਕਿਨ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨਹੀਂ ਸਿਖਾ ਸਕੇ। ਸੰਗਤ ਜੀ ਜ਼ਰੂਰੀ ਜੇ ਸਾਡੇ ਬੱਚੇ ਮਾਂ ਬੋਲੀ ਤੋਂ ਵਾਂਝੇ ਰਹਿ ਗਏ ਉਹ ਗੁਰੂ ਕੀ ਬਾਣੀ ਤੋਂ ਵਾਂਝੇ ਰਹਿ ਜਾਣਗੇ। ਜਿਹੜੇ ਗੁਰੂ ਕੀ ਬਾਣੀ ਤੋਂ ਵਾਂਝੇ ਰਹਿ ਗਏ ਨਾ ਉਹਨਾਂ ਦਾ ਜੀਵਨ ਵੀ ਨਿਰਾਰਥਕ ਜੀਵਨ ਹੋ ਜਾਏਗਾ। ਬੇਸ਼ੱਕ ਸਾਇੰਟਿਸਟ ਬਣ ਜਾਣ, ਡਾਕਟਰ ਬਣ ਜਾਣ, ਇੰਜੀਨੀਅਰ ਬਣ ਜਾਣ, ਪਰ ਚੰਗੇ ਇਨਸਾਨ ਨਹੀਂ ਬਣ ਸਕਦੇ। ਚੰਗੇ ਇਨਸਾਨ ਤਾਂ ਬਣਨਗੇ ਜੇ ਗੁਰੂ ਕੀ ਬਾਣੀ ਨਾਲ ਜੁੜਨਗੇ, ਗੁਰੂ ਕੇ ਇਤਿਹਾਸ ਨਾਲ ਜੁੜਨਗੇ। ਗੁਰੂ ਕਾ ਇਤਿਹਾਸ ਗੁਰੂ ਕੀ ਬਾਣੀ ਤਾਂ ਹੀ ਪੜ੍ਹ ਪਾਉਣਗੇ ਜੇ ਆਪਣੀ ਮਾਂ ਬੋਲੀ ਆਉਂਦੀ ਹੋਵੇਗੀ। ਜਿੰਨੀ ਚੰਗੀ ਗੱਲ ਦੂਜੀਆਂ ਭਾਸ਼ਾਵਾਂ ਨੂੰ ਸਿੱਖਣਾ ਹੈ ਨਾ ਉਸ ਤੋਂ ਕਿਤੇ ਮਾੜੀ ਗੱਲ ਮਾਂ ਬੋਲੀ ਨੂੰ ਭੁੱਲ ਜਾਣਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਜਿਹੜੀ ਅੰਦਰ ਮਨ ਬਲਵਾਨ, ਮੈਂ ਗੱਲ ਕੀਤੀ ਸੀ ਆਰੰਭਤਾ ਵਿੱਚ ਕਿ ਜਦ ਤੱਕ ਸਾਡਾ ਮਨ ਬਲਵਾਨ ਨਹੀਂ ਨਾ ਉਨੀ ਦੇਰ ਤੱਕ ਸਾਡਾ ਤਨ ਵੀ ਬਲਵਾਨ ਨਹੀਂ ਹੋ ਸਕਦਾ, ਉਨੀ ਦੇਰ ਤੱਕ ਸਾਡਾ ਸਰੀਰ ਵੀ ਬਲਵਾਨ ਨਹੀਂ ਹੋ ਸਕਦਾ। ਕਿਉਂਕਿ ਸਰੀਰ ਨੂੰ ਚਲਾਉਣ ਵਾਸਤੇ ਇੱਕ ਖੁਰਾਕ ਚਾਹੀਦੀ, ਸਰੀਰ ਵਿੱਚ ਤਾਕਤ ਲਿਆਉਣੀ ਹੋਵੇ ਚੰਗੀ ਖੁਰਾਕ ਖਾਣੀ ਪਏਗੀ। ਜਿੱਦਾਂ ਅੱਜ ਕੱਲ੍ਹ ਬੱਚੇ ਪੀਜੇ 버ਗਰ ਖਾਈ ਜਾਂਦੇ ਉਹਦੇ ਨਾਲ ਤੇ ਸਰੀਰ 'ਚ ਤਾਂ ਨਹੀਂ ਨਾ ਤਾਕਤ ਆਉਣੀ। ਪੁਰਾਤਨ ਅਸੀਂ ਚੰਗਾ ਘਿਓ ਖਾਂਦੇ ਸੀ, ਬਦਾਮ ਖਾਂਦੇ ਸੀ, ਕਸਰਤਾਂ ਕਰਦੇ ਸੀ। ਇਸੇ ਤਰ੍ਹਾਂ ਮਨ ਨੂੰ ਬਲਵਾਨ ਕਰਨ ਵਾਸਤੇ ਨਾਮ ਜਪਣਾ ਪੈਂਦਾ ਹੈ। ਜਿੰਨਾ ਤੁਹਾਡਾ ਨਾਮ ਦਾ ਅਭਿਆਸ, ਬਾਣੀ ਦਾ ਅਭਿਆਸ ਵਧੇਗਾ, ਜਿੰਨਾ ਤੁਸੀਂ ਗੁਰੂ ਨਾਲ ਜੁੜੋਗੇ, ਜਿੰਨਾ ਨਾਮ ਜਪੋਗੇ ਓਨਾ ਮਨ ਬਲਵਾਨ ਹੋਏਗਾ। ਜੇ ਮਨ ਤਗੜਾ ਹੋਵੇ ਤੇ ਫਿਰ ਹੀ ਤਨ ਤਗੜਾ ਹੁੰਦਾ ਹੈ। ਮਨ ਤੋਂ ਬਿਨਾਂ ਗੱਲ ਨਹੀਂ, ਮਨ ਜੀਤੈ
ਜਗ ਜੀਤ। ਜਦੋਂ ਤੱਕ ਅਸੀਂ ਮਨੁੱਖ ਨੇ ਬੜੀ ਬੜੀ ਦੁਨੀਆ ਜਿੱਤ ਲਈ, ਬੜੀਆਂ ਦੁਨੀਆ ਤੇ ਰਾਜ ਕਰ ਲਏ। ਇੱਥੇ ਬੜੇ ਰਾਜੇ ਆਏ ਜਿਨ੍ਹਾਂ ਨੇ ਸਾਰੀ ਦੁਨੀਆ ਵੀ ਜਿੱਤ ਲਈ ਹੋਵੇਗੀ, ਲੇਕਿਨ ਆਪਣੇ ਮਨ ਦੇ ਅੱਗੇ ਉਹ ਵੀ ਹਾਰ ਗਏ। ਉਹ ਵੀ ਆਪਣੇ ਮਨ ਦੇ ਅੱਗੇ ਹਾਰ ਗਏ। ਆਪਣੇ ਮਨ ਅੱਗੇ ਜਿੱਤਣ ਦੀ ਗੱਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸਾਡੀ ਝੋਲੀ ਵਿੱਚ ਪਾਈ। ਤੇ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ, ਜ਼ਿੰਦਗੀ ਜਬ सच का गीत गाती है तो मौत फिर झूम झूम कर आती है, दाद देती है गर्दशे दौरान जिंदगी पैदा नाम करती है, सच जब झूठ से टकरा जाता है तो मौत भी झुक के सलाम करती है। याद रखो, कवि लिखता है, उसे जे शौक है कि तर्जें जफ़ा क्या है, लेकिन हमें जे शौक है कि देखें सितम की इंतहा क्या है। धन गुरु अर्जन साहब महाराज जी के संबंध च लिखदियाँ कहता है, पता नहीं इन डूबने वाले ने क्या कहा इन लहरों से, लहरें आज तक सिर फोड़ती फिरती है साहिल में। धन गुरु अर्जन साहब महाराज जी के संबंध च धन गुरु अर्जन साहब महाराज जी ने सिद्धांत की तत्ती तवी ते बैठ के ये साबित कर दिता सी, सचियार नूं मार के सच की आवाज़ नूं बंद नहीं किया जा सकता। सच नूं प्यार करने वाले अपनी जान की बाजी ला दिया करते हैं, क्योंकि जब से सुना है, जदों का यह पता लगा सुन लिया है, जब से सुना है मौत में जिंदगी है, जदों का यह पता लग गया कि मरण तो बाद भी एक जिंदगी मिलती है, सर पे कफन बंद कातल को ढूंढ रहे हैं, कतल करने वालियां नूं लभदे फिरदे। ये शहीदी परंपरा दे जिहड़ा काफला है ना, ये धन गुरु अर्जन साहब महाराज जी ने अपनी शहादत दे के धन गुरु अर्जन साहब महाराज जी नूं जाशा कानून के तहत शहीद किया गया। जाशा कानून का मतलब ये सी कि उन्हां दे जिस्म का खून का कतरा धरती ते नहीं डुलना चाहिए, क्योंकि जे धरती ते खून डुलेगा होर शहीद पैदा हो जाएंगे। लेकिन धन गुरु अर्जन साहब महाराज जी के पावन पवित्र शरीर के जिस्म का खून का कतरा कतरा तत्ती तवी ते संगत जी इस करके साड़िया गया सी, पर उन्हां दे ऐसे साडे अंदर रौं भर दिती, ऐसा साडे अंदर एक रंग भर दिता कि अज भी ये पंथ कुर्बानियां देण तो कदी पिछे नहीं हटदा। दिल ते करदा है इतिहास थोड़े ਜਿਹੇ पक्ष होर साझे करा, लेकिन मैनू भाई दिलराज सिंह जी ने लड़ीवार जिहड़ा शब्द चल रहा है उस वल भी हुक्म कर दिता है। आओ जो लड़ीवार पावन पवित्र गुरबाणी की कथा चल रही है, इसनूं भी आपां संखेप विच साझा कर लईए। महला तीजा सो तपा जे इहो तप घाले। तपा किहड़ा है? तपस्या करने वाला तपस्वी कौन है? तो इत्थे धन गुरु अमरदास महाराज जी रामकली दी वार विच बयान करके समझाउंदे किहड़ा है। कहंदे जिहड़ा ये तप ये तपस्या करदा है, इस तपस्या दी घालना घालदा है। सतगुर नो मिलै शब्द समाली। जिहड़ा सच्चे गुरु दे नूं मिल जाता है, जिहदी आत्मा जिहदे हिरदे विच गुरु दा शब्द वस जाता है, जिन्हें अपने हिरदे विच गुरु दे शब्द नूं वसा लिया, सुरत विच गुरु दे शब्द नूं वसा लिया। सतगुर की सेवा इहो तप परवान। गुरु दी सेवा ये तापिया ਜਿਹੜੇ ਆਪ ਨਿਤਾ ਪ੍ਰਤੀ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਝਾੜੂ ਦੀ ਸੇਵਾ, ਪੋਚੇ ਦੀ ਸੇਵਾ, ਲੰਗਰ ਦੀ ਸੇਵਾ, ਵੱਖ-ਵੱਖ ਸਥਾਨਾਂ ਤੇ ਜਾ ਕੇ ਵੱਖ-ਵੱਖ ਗੁਰੂ ਘਰਾਂ ਵਿੱਚ ਜਾ ਕੇ ਸੰਗਤ ਦੀ ਸੇਵਾ, ਦੁਖੀਆਂ ਦੀ ਸੇਵਾ, ਇਹ ਸੇਵਾ ਜਿਹੜੀ ਹੈ ਅਸਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਮਝਾਉਣਾ ਕਰਦੇ ਹੈ ਕਿ ਭਾਈ ਸਤਿਗੁਰ ਕੀ ਸੇਵਾ ਇਹ ਤਪ ਪ੍ਰਵਾਨ, ਅਸਲ ਇਹ ਤਪੱਸਿਆ ਪ੍ਰਵਾਨ ਹੈ। ਨਾਨਕ ਸੋ ਤਪਾ ਦਰਗਹਿ ਪਾਵੈ ਮਾਨ। ਦਰਗਾਹ ਵਿੱਚ ਮਾਣ ਵਡਿਆਈ ਉਸ ਨੂੰ ਹੀ ਮਿਲਦੀ ਹੈ ਜਿਹੜਾ ਸੇਵਾ ਕਰਦਾ ਹੈ ਇੱਥੇ ਤੇ ਸਿਮਰਨ ਕਰਦਾ ਹੈ ਇੱਥੇ, ਉਹਨੂੰ ਹੀ ਦਰਗਾਹ ਵਿੱਚ ਵੀ ਲੋਕ ਸੁਖੀਏ ਪਰਲੋਕ ਸੁਹੇਲੇ ਹੁੰਦਾ ਹੈ। ਪੌੜੀ ਰਾਤ ਦਿਨ ਸੁ ਪਾਇਆਨਾ ਸੰਸਾਰ ਕੀ ਵਰਤਾਣਾ। ਇੱਥੇ ਵਰਤਣ ਵਾਸਤੇ ਵੱਖ-ਵੱਖ ਇੰਜੀਨੀਅਰਾਂ ਨੇ, ਸਾਇੰਟਿਸਟਾਂ ਨੇ ਵੱਖ-ਵੱਖ ਖੋਜਾਂ ਕੱਢੀਆਂ। ਕਿਸੇ ਨੇ ਮਾਈਕ ਬਣਾਤਾ, ਕਿਸੇ ਨੇ ਕੈਮਰਾ ਬਣਾਤਾ, ਕਿਸੇ ਨੇ ਪੱਖਾ ਬਣਾਤਾ, ਕਿਸੇ ਨੇ ਏਸੀ ਬਣਾਤਾ। ਵੱਖ-ਵੱਖ ਲੋਕਾਂ ਦੀਆਂ, ਵੱਖ-ਵੱਖ ਇੰਜੀਨੀਅਰਾਂ ਦੀਆਂ ਇਹ ਕਾਢਾਂ ਨੇ ਸੰਸਾਰ ਦੇ ਵਰਤਣ ਵਾਸਤੇ ਵੱਖ-ਵੱਖ ਕਾਰਾਂ ਬਣਾ ਦਿੱਤੀਆਂ, ਵੱਖ-ਵੱਖ ਜਹਾਜ਼ ਉੱਡਣ ਵਾਸਤੇ ਬਣਾ ਦਿੱਤੇ। ਇਹ ਵਰਤਣ ਵਾਸਤੇ, ਸੰਸਾਰ ਦੇ ਵਰਤਣ ਵਾਸਤੇ ਜਿੱਥੇ ਇਹ ਸੰਸਾਰ ਦੇ ਇੰਜੀਨੀਅਰਾਂ ਨੇ ਬਣਾਇਆ ਨਾ, ਉੱਥੇ ਰੱਬ ਇੰਜੀਨੀਅਰ ਨੇ ਸੰਸਾਰ ਦੇ ਵਰਤਣ ਵਾਸਤੇ ਦੋ ਚੀਜ਼ਾਂ ਬਣਾਈਆਂ। ਕਿਹੜੀਆਂ ਕਿਹੜੀਆਂ? ਇੱਕ ਰਾਤ ਬਣਾਈ
ਤੇ ਇੱਕ ਦਿਨ ਬਣਾਇਆ ਜਿਹੜਾ ਕੋਈ ਹੋਰ ਇੰਜੀਨੀਅਰ ਨਹੀਂ ਸੀ ਬਣਾ ਸਕਦਾ। ਉਸ ਰੱਬ ਇੰਜੀਨੀਅਰ ਨੇ ਐਸਾ ਸੰਸਾਰ ਦੇ ਵਰਤੋਂ ਵਾਸਤੇ ਰਾਤ ਤੇ ਦਿਨ ਬਣਾ ਦਿੱਤੇ। ਗੁਰਮਤਿ ਘਟ ਜਾਣਣਾ ਆਨੇਰ ਵਿਨਾਸਣਾ। ਗੁਰੂ ਦੀ ਮੱਤ ਦੇ ਨਾਲ ਹਿਰਦੇ ਦੇ ਅੰਦਰ ਅੰਤਸ਼ਕਰਨ ਦੇ ਵਿੱਚ ਜਿਹੜਾ ਅੰਧੇਰਾ ਹੈ ਅਗਿਆਨਤਾ ਦਾ ਉਹ ਦੂਰ ਹੁੰਦਾ ਹੈ ਤੇ ਅੰਧੇਰਾ ਜਿਹੜਾ ਹੈ ਉਹ ਖਤਮ ਹੋ ਜਾਂਦਾ, ਨਾਸ਼ ਹੋ ਜਾਂਦਾ ਹੈ। ਹੁਕਮੇ ਹੀ ਸਭ ਸਾਜੀਆਂ ਰਵਿਆ ਸਭ ਵਣ ਤ੍ਰਿਣਾ। ਸਾਰੀ ਖੇਡ ਜਿਹੜੀ ਹੈ ਨਾ ਜੀ ਮਨੁੱਖ ਦੇ ਜਨਮ ਦੀ ਜਾਂ ਸਾਰੀ ਪ੍ਰਕਿਰਤੀ ਦੇ ਪੈਦਾ ਹੋਣ ਦੀ, ਪ੍ਰਕਿਰਤੀ ਬਣਨ ਦੀ, ਧਰਤੀ ਦੇ ਬਣਨ ਦੀ, ਇਹ ਜੋ ਕੁਝ ਵੀ ਹੈ ਇਹ ਕੀਤਾ ਪਸਾਓ ਇੱਕੋ ਕਵਾਓ, ਇਹ ਉਹਦੇ ਹੁਕਮ ਵਿੱਚ, ਕਰਤੇ ਦੇ ਹੁਕਮ ਵਿੱਚ ਸਭ ਕੁਝ ਪੈਦਾ ਹੋਇਆ ਹੈ। ਜਿਹੜਾ ਪੋਜ਼ਿਟਿਵ ਤੇ ਨੈਗੇਟਿਵ ਹੈ ਇਹ ਸਾਰਾ ਕੁਝ ਕਰਤੇ ਦੇ ਹੁਕਮ ਵਿੱਚ ਹੈ, ਉਹਦੇ ਹੁਕਮ ਵਿੱਚ ਚੱਲ ਰਿਹਾ ਹੈ। ਦਿਨ ਤੇ ਰਾਤ ਉਹਦੇ ਹੁਕਮ ਵਿੱਚ ਹੈ। ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰ ਭਾਣਾ। ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਹੈ ਜੀ ਕਿ ਉਹ ਪਰਮਾਤਮਾ ਸਭ ਕੁਝ ਆਪ ਹੀ ਹੈ, ਉਹ ਹਰ ਥਾਂ ਤੇ ਆਪ ਹੀ ਹੈ, ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਹੈ ਨਾ ਉਹ ਫਿਰ ਦੁਸ਼ਮਣਾਂ ਨੂੰ ਵੀ ਮਸ਼ਕ ਲੈ ਕੇ ਜਲ ਛਕਾਈ ਜਾਂਦੇ ਹੈ, ਉਹ ਮਲਮ ਪੱਟੀ ਕਰੀ ਜਾਂਦੇ ਹੈ। ਉਹ ਸਭਨਾਂ ਦੇ ਵਿੱਚੋਂ ਉਸ ਨੂੰ ਹੀ ਵੇਖਦੇ ਹੈ ਕਿ ਜਿੱਧਰ ਵੇਖਦਾ ਪਾਤਸ਼ਾਹ ਤੂੰ ਹੀ ਦੇਖਦਾ ਹੈ, ਜਿੱਧਰ ਵੇਖਦਾ ਤੂੰ ਹੀ ਦੇਖਦਾ ਹੈ। ਉਹਨਾਂ ਨੂੰ ਇਹ ਸਮਝ ਆ ਜਾਂਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਮਝਾਉਂਦੇ ਹੈ ਕਿ ਉਸ ਵਾਹਿਗੁਰੂ ਨੂੰ ਫਿਰ ਜਪਣਾ ਕਰੋ, ਗੁਰੂ ਦੇ ਨਾਲ ਜੁੜ ਕਰਕੇ ਉਹਦਾ ਉਸ ਪਰਮਾਤਮਾ ਦੀ ਇਬਾਦਤ ਕਰੋ। ਸਭ ਦੇ ਹੀ ਸੋਝੀ ਪਈ ਸੱਚਾ ਆਪ 부ਝਾਈ। ਤੇ ਸੰਗਤ ਜੀ ਸ਼ਬਦ ਦੁਆਰਾ ਹੀ ਅੰਤਸ਼ਕਰਨ ਦੇ ਵਿੱਚ ਜਿਹੜੀ ਹੈ ਉਹ ਸਮਝ ਪੈਂਦੀ ਹੈ, ਸੂਝ ਪੈਂਦੀ ਹੈ। ਕਿਉਂਕਿ ਜੇ ਪੇਟ ਵਿੱਚ ਕੋਈ ਸਾਡੇ ਪਦਾਰਥ ਜਾਂਦਾ ਹੈ ਤੇ ਸਾਡਾ ਖੂਨ ਬਣਦਾ ਹੈ, ਲੇਕਿਨ ਅੰਤਸ਼ਕਰਨ ਦੇ ਵਿੱਚ ਕਿਉਂਕਿ ਕਹਿੰਦੇ ਜੀ ਤਿੰਨ ਚੀਜ਼ਾਂ ਨੇ ਜਿਹੜੀਆਂ ਅਸੀਂ ਇੱਕ ਸੋਲਿਡ, ਲਿਕੁਇਡ ਤੇ ਗੈਸੇਜ ਜਿਹੜੀਆਂ ਸਾਡੇ ਅੰਦਰ ਤਿੰਨ ਚੀਜ਼ਾਂ ਜਾਂਦੀਆਂ, ਤਿੰਨ ਚੀਜ਼ਾਂ ਸਾਇੰਸ ਕਹਿੰਦੀ ਜਾਂਦੀਆਂ ਨਾ। ਚੌਥੀ ਚੀਜ਼ ਜਿਹੜੀ ਜਾਂਦੀ ਉਹ ਸਾਡੇ ਅੰਦਰ ਜਾਂਦਾ ਹੈ ਸ਼ਬਦ। ਤੇ ਜਿਹੋ ਜਿਹਾ ਸ਼ਬਦ ਸਾਡੇ ਅੰਦਰ ਜਾਂਦਾ ਹੈ ਨਾ ਜੀ ਉਹੋ ਜਿਹਾ ਮਨੁੱਖ ਹੋ ਜਾਂਦਾ ਹੈ। ਮੈਂ ਕਈ ਵਾਰ ਇਹ ਗੱਲ ਕਹੀ, ਜਿਹੋ ਜੀ ਇਨਕਮਿੰਗ ਜਾਏਗੀ ਉਹੋ ਜੀ ਆਊਟ ਗੋਇੰਗ ਆਏਗੀ। ਪਿਆਰਿਓ, ਜੇ ਆਪਾਂ ਆਪਣੇ ਮੋਬਾਈਲ ਵਿੱਚ ਕੋਈ ਬੰਦਾ ਕਵੇ ਕਿ ਮੈਂ ਇਸ ਮੋਬਾਈਲ ਦੇ ਵਿੱਚ ਭੈੜੀਆਂ ਫਿਲਮਾਂ ਭਰ ਲਈਆਂ, ਕਈ ਤਰ੍ਹਾਂ ਦਾ ਗੰਦ ਪਿਲ ਭਰਿਆ ਹੋਵੇ ਉਹਦੀ ਮੈਮਰੀ ਵਿੱਚ, ਤੇ ਉਹਦੇ ਵਿੱਚੋਂ ਚਾਹਵੇ ਕਿ ਮੈਨੂੰ ਕੀਰਤਨ ਸੁਣਨ ਨੂੰ ਮਿਲ ਜੇ, ਸਾਧ ਸੰਗਤ ਦੇ ਦਰਸ਼ਨ ਹੋ ਜਾਣ, ਨਹੀਂ ਨਾ ਹੋਣਗੇ, ਕਿਉਂਕਿ ਜੋ ਉਹਦੇ ਵਿੱਚ ਪਾਇਆ ਉਹੀ ਬਾਹਰ ਆਉਣਾ ਹੈ। ਸੇਮ ਗੱਲ ਹੈ, ਜਿਹੋ ਜਿਹਾ ਸਾਡੇ ਅੰਦਰ ਜਾਂਦਾ ਹੈ ਉਹੋ ਜਿਹਾ ਬਾਹਰ ਆਉਂਦਾ। ਮੈਂ ਕਈ ਵਾਰ ਇਹ ਗੱਲ ਕਹੀ, ਜਿਹੜੇ ਬੱਚੇ ਗੰਦੀਆਂ ਗਾਲਾਂ ਕੱਢਦੇ ਨੇ ਨਾ, ਇਹ ਮਤ ਸੋਚਿਓ ਉਹਨਾਂ ਦੇ ਅੰਦਰ ਕਿਤਿਓਂ ਨਾ ਕਿਤਿਓਂ ਗੰਦ ਗਿਆ ਹੈ। ਕੰਨਾਂ ਨਾਲ ਜੋ ਸੁਣਦੇ ਆ ਉਹ ਸਾਡੇ ਅੰਦਰ ਉਸੇ ਤਰ੍ਹਾਂ ਦੇ ਉਸੇ ਭਾਸ਼ਾ ਵਿੱਚ ਵਿਚਾਰ ਬਣਦੇ ਨੇ। ਜਿਹੋ ਜਿਹੇ ਵਿਚਾਰ ਬਣਦੇ ਨੇ ਉਹੋ ਜਿਹੇ ਸੰਸਕਾਰ ਬਣਦੇ ਨੇ। ਜਿਹੋ ਜਿਹੇ ਸੰਸਕਾਰ ਹੋਣ ਉਵੇਂ ਦਾ ਆਚਰਣ ਬਣਦਾ। ਮਨੁੱਖ ਦਾ ਆਚਰਣ ਅੰਦਰ ਜਾਣ ਵਾਲੇ ਸ਼ਬਦਾਂ ਤੇ ਡਿਪੈਂਡ ਕਰਦਾ ਹੈ। ਸ਼ਬਦ ਦੇ ਦੁਆਰਾ ਹੀ ਅੰਤਸ਼ਕਰਨ ਵਿੱਚ ਸੋਝੀ ਤੇ ਸਮਝ ਪੈਂਦੀ ਹੈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਵਾਹਿਗੁਰੂ ਤੂੰ ਅਚਰਜ ਹੈ, ਤੇਰੀ ਅਚਰਜਤਾ ਬੜੀ ਮਹਾਨ ਹੈ। ਤੇ ਵਾਹਿਗੁਰੂ ਜੀ ਤੂੰ ਆਪ ਹੀ ਸਦੀਵ ਕਾਲ ਹੈ, ਸਦੀਵ ਇੱਥੇ ਰਹਿਣ ਵਾਲਾ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਬਚਨ ਅੱਜ ਸਾਡੀ ਝੋਲੀ ਵਿੱਚ ਪਾਏ। ਤੇ ਇੱਕ ਵਾਰ ਆਪਾਂ 1 ਮਿੰਟ ਵਾਸਤੇ ਜ਼ਰੂਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਭੱਟ ਸਾਹਿਬਾਨ ਨੇ ਕਿਹਾ ਨਾ ਕਿ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਧੰਨ 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 ਜਨ ਆਇਆ, ਜਿਹ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸਵਾਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੇ ਸੰਸਾਰ, ਤਿਸ ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਨਮਸਕਾਰ ਕਰੀਏ, ਆਖੋ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ।